ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, मेरा गुण अब गुण ना विचारो कोई। माटी का क्या तोपै स्वामी, मानस की गते ही जप मन सतनाम सदा सतनाम। हलत पलत मुख उजल होई है, नित त्याईय हर पुरख निरंजना। जय हर सिमरन पया तै उपाद गत कीनी। बड़ पागी हर जपना, जन नानक का गुर एह मत दीनी। जप हर भव जल तरना, सगल द्वार को छाड़ के गयो तुहारो द्वार। वाहें गहे की लाज यस, गोविंद दास तुहार। दुकालंग परणासी दयालंग स्वरूपे, सदा अंग संगे अपंगं बपुते। जी मैं तेरा हाँ मैं तेरा सच्चे पातशाह। रख ले गरीब जान के, तेरा हाँ मैं तेरा सच्चे पातशाह। रख ले गरीब जान के, तेरा मैं तेरा सच्चे पातशाह। तेरा सच्चे पातशाह। रख ले गरीब जान के, जी मैं तेरा हाँ मैं तेरा सच्चे पातशाह। रख ले गरीब जान के, मैं तेरा हाँ मैं तेरा सच्चे पातशाह। रख ले गरीब जान के, जी मैं तेरा हाँ मैं तेरा सच्चे पातशाह। रख ले गरीब जान के। रख ले ओ जी गरीब जान के। रख ले ओ जी गरीब जान के। रख ले ओ जी गरीब जान के। दाता रख ले ओ जी गरीब जान के। 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 दाता रख ले ओ जी गरीब जान के। सच्चे पातशाह रख ले गरीब जान के। जी मैं तेरा हाँ मैं तेरा सच्चे पातशाह। रख ले गरीब जान के। जी मैं तेरा हाँ मैं तेरा सच्चे पातशाह। रख ले गरीब जान के। जी मैं तेरा मैं तेरा सच्चे पातशाह। रख ले गरीब जान के।
ਮੈਂ ਨਾਹੀ ਕਿਸ ਹਉ ਨਾਹੀ ਕਿਸ ਆਏ ਨਾ ਮੋਰਾ ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਮ। ਵਾਹਿਗੁਰੂ। ਉਦਾ ਤਾਂ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉਤੇ ਮਿਹਰ ਕਰੀ। ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉਤੇ ਮਿਹਰ ਕਰੀ। ਦਾਤਾ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉਤੇ ਮਿਹਰ ਕਰੀ। ਦਾਤਾ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉਤੇ ਮਿਹਰ ਕਰੀ। ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉਤੇ ਮਿਹਰ ਕਰੀ। ਦਾਤਾ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉਤੇ ਮਿਹਰ ਕਰੀ। ਦਾਤਾ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉਤੇ ਮਿਹਰ ਕਰੀ। ਦਾਤਾ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉਤੇ ਮਿਹਰ ਕਰੀ। ਸਾਡੇ ਉਤੇ ਜੀ ਮਿਹਰ ਕਰੀ। ਸਾਡੇ ਉਤੇ ਜੀ ਮਿਹਰ ਕਰੀ। ਉਹ ਸਾਡੇ ਉਤੇ ਜੀ ਮਿਹਰ ਕਰੀ। ਦਾਤਾ ਸਾਡੇ ਉਤੇ ਜੀ ਮਿਹਰ ਕਰੀ। 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 ਦਾਤਾ ਸਾਡੇ ਉਤੇ ਜੀ ਮਿਹਰ ਕਰੀ। ਸਾਡੇ ਉਤੇ ਜੀ ਮਿਹਰ ਕਰੀ। ਸਾਡੇ ਉਤੇ ਜੀ ਮਿਹਰ ਕਰੀ। ਉਹ ਸਾਡੇ ਉਤੇ ਮਿਹਰ ਕਰੀ। ਸਾਡੇ ਉਤੇ ਜੀ ਮਿਹਰ ਕਰੀ। ਸਾਡੇ ਉਤੇ ਜੀ ਮਿਹਰ ਕਰੀ। ਸਾਡੇ ਉਤੇ ਜੀ ਮਿਹਰ ਕਰੀ। ਉਹ ਸਾਡੇ ਉਤੇ ਮਿਹਰ ਕਰੀ। ਸਾਡੇ ਉਤੇ ਜੀ ਮਿਹਰ ਕਰੀ। ਦਾਤਾ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉਤੇ ਮਿਹਰ ਕਰੀ। ਸਾਈਆ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉਤੇ ਮਿਹਰ ਕਰੀ। ਦਾਤਾ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉਤੇ ਮਿਹਰ ਕਰੀ। ਦਾਤਾ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉਤੇ ਮਿਹਰ ਕਰੀ। ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮੇਰ ਪਾਵੋ ਡੁੱਬਦੇ ਪੱਥਰ ਤਾਰੇ। ਬਹੁਤ ਹੀ ਸਤਿਕਾਰਯੋਗ ਦਸਾਂ ਪਾਤਸ਼ਾਹੀਆਂ ਦੀ ਪਵਿੱਤਰ ਜੋਤ ਹਾਜ਼ਰਾ ਹਜ਼ੂਰ ਗੱਦੀ ਕੇ ਬਿਰਾਜਮਾਨ ਚਬਰ ਤੱਕ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੇ ਹੋ। ਆਓ ਸਾਧ ਸੰਗਤ, ਆਪ ਸਰਬੱਤ ਸੰਗਤਾਂ ਦੇ ਵੱਡੇ ਭਾਗ ਨੇ, ਵੱਡੇ ਕਰਮ ਨੇ
ਜਿਨ੍ਹਾਂ ਸੰਗਤਾਂ ਨੂੰ ਐਸੇ ਸਮੇਂ ਦੇ ਵਿੱਚ ਗੁਰੂ ਦੇ ਚਰਨਾਂ 'ਚ ਬੈਠਣ ਦਾ, ਗੁਰੂ ਮਹਾਰਾਜ ਦੇ ਪਵਿੱਤਰ ਦਰਸ਼ਨ ਕਰਨ ਦਾ ਜਾਂ ਅੰਮ੍ਰਿਤ ਬਾਣੀ ਸੁਣਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਪ ਸਰਬੱਤ ਸੰਗਤਾਂ ਵੱਡੇ ਭਾਗਾ ਵਾਲਿਓ, ਆਓ ਸਾਧ ਸੰਗਤ ਥੋੜ੍ਹਾ ਸਮਾਂ ਗੁਰੂ ਚਰਨਾਂ 'ਚ ਆਪਾਂ ਆਪਣੀਆਂ ਹਾਜ਼ਰੀਆਂ ਲਵਾਈਏ। ਸਭ ਤੋਂ ਪਹਿਲਾਂ ਆਪਣੀ ਰਸਨਾ ਪਵਿੱਤਰ ਕਰੀਏ ਅਤੇ ਗੁਰੂ ਦੇ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਕੇ ਰਸਨਾ ਨੂੰ ਪਵਿੱਤਰ ਕਰੀਏ। ਸਾਰੀਆਂ ਸੰਗਤਾਂ ਫਤਿਹ ਦਾ ਜਵਾਬ ਫਤਿਹ 'ਚ ਦੇਣ ਦੀ ਕਿਰਪਾਲਤਾ ਕਰਿਓ। ਇੱਕ ਵਾਰੀ ਸਾਰੀਆਂ ਸੰਗਤਾਂ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਮਹਾਰਾਜ ਜੀ ਨੇ ਪਾਰ ਕਿਰਪਾ ਬਖਸ਼ਿਸ਼ ਕੀਤੀ ਹੈ ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਉਹਨਾਂ ਦੇ ਪਰਿਵਾਰ 'ਤੇ। ਅੱਜ ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਦੀ ਪਿਆਰੀ ਪੋਤਰੀ ਅਤੇ ਕਾਕਾ ਕਰਮਜੀਤ ਸਿੰਘ ਜੀ ਉਹਨਾਂ ਦੀ ਪਿਆਰੀ ਸਪੁੱਤਰੀ ਹੈ ਬੀਬੀ ਜਸਪ੍ਰੀਤ ਕੌਰ, ਜਿਨ੍ਹਾਂ ਦੇ ਸ਼ੁਭ ਆਨੰਦ ਕਾਰਜ ਵਿਵਾਹ ਦੀ ਖੁਸ਼ੀ ਪਰਮਾਤਮਾ ਨੇ ਗੁਰੂ ਮਹਾਰਾਜ ਜੀ ਨੇ ਬਖਸ਼ ਕੀਤੀ ਪਰਿਵਾਰ ਨੂੰ। ਸੋ ਸਾਧ ਸੰਗਤ ਪਰਿਵਾਰ ਵੱਲੋਂ ਗੁਰੂ ਮਹਾਰਾਜ ਜੀ ਦਾ ਧੰਨਵਾਦ ਕੀਤਾ ਗਿਆ ਅਤੇ ਆਪਣੇ ਕਾਰਜਾਂ ਦੀ ਸਫਲਤਾ ਵਾਸਤੇ ਗੁਰੂ ਮਹਾਰਾਜ ਦੇ ਪਵਿੱਤਰ ਚਰਨ ਕਮਲ ਦਾ ਓਟ ਆਸਰਾ ਲੈ ਕੇ ਪਰਸੋਂ ਰੋਜ਼ ਤੋਂ ਲੈ ਕੇ ਪਵਿੱਤਰ ਗੁਰਬਾਣੀ ਦੇ ਸ੍ਰੀ ਅਖੰਡ ਜਾਪ ਆਰੰਭ ਕਰਾਏ, ਜਿਨ੍ਹਾਂ ਦੇ ਹੁਣੇ ਹੁਣ ਭੋਗ ਪਾਏ ਗਏ ਨੇ। ਅਰਦਾਸ ਅਤੇ ਹੁਕਮਨਾਮਾ ਬਾਕੀ ਹੈ। ਸਾਧ ਸੰਗਤ ਜੀ, ਗੁਰੂ ਕਿਰਪਾ ਕਰਦਾ ਉਹਨਾਂ ਪਿਆਰਿਆਂ 'ਤੇ ਜਿਹੜੇ ਗੁਰੂ ਨੂੰ ਹਰ ਸਮੇਂ ਯਾਦ ਕਰਦੇ ਨੇ ਜਾਂ ਗੁਰੂ ਦੇ ਕਹਿਣ ਦੇ ਮੁਤਾਬਕ ਗੁਰੂ ਵਾਲੀ ਚਾਲੀ ਚੱਲਦੇ ਨੇ। ਹੁਕਮ ਮੰਨਿਆ ਹੋਵੇ ਪਰਿਵਾਰ ਨੂੰ, ਗੁਰੂ ਦੇ ਹੁਕਮ ਦੇ ਮੁਤਾਬਕ ਜਿਹੜਾ ਇਨਸਾਨ ਚੱਲਦਾ ਹੈ, ਜਿਹੜਾ ਇਨਸਾਨ ਗੁਰੂ ਦੀ ਰਹੁ ਰੀਤੀ ਦੇ ਮੁਤਾਬਕ ਚੱਲਦਾ ਹੈ, ਸਾਧ ਸੰਗਤ ਫਿਰ ਗੁਰੂ ਮਹਾਰਾਜ ਵੀ ਆਪਣੇ ਸੇਵਕਾਂ ਦੇ ਪਰਦੇ ਢੱਕ ਦਿੰਦੇ ਨੇ, ਇੱਜ਼ਤ ਰੂਪੀ ਪਰਦੇ। ਸਾਧ ਸੰਗਤ ਅੱਜ ਪਰਿਵਾਰ ਨੇ ਆਪਣੀ ਬੇਟੀ ਦੇ ਸ਼ੁਭ ਆਨੰਦ ਕਾਰਜਾਂ ਦੀ ਖੁਸ਼ੀ ਵਿੱਚ ਜੋ ਪਵਿੱਤਰ ਗੁਰਬਾਣੀ ਦੇ ਅਖੰਡ ਜਾਪ ਆਰੰਭ ਕਰਵਾਏ, ਗੁਰੂ ਦੇ ਚਰਨਾਂ 'ਚ ਬੇਨਤੀਆਂ ਹੋ ਰਹੀਆਂ ਨੇ ਪਰਸੋਂ ਰੋਜ਼ ਤੋਂ ਲੈ ਕੇ। ਅਕਾਲ ਪੁਰਖ ਮਹਾਰਾਜ ਇਹ ਜੋ ਖੁਸ਼ੀਆਂ ਦੀ ਦਾਤ ਹੈ ਬੇਟੀ ਦੇ ਵਿਵਾਹ ਦੀ, ਇਹ ਆਪ ਜੀ ਨੇ ਹੀ ਸੇਵਕਾਂ ਨੂੰ ਬਖਸ਼ੀ ਹੈ। ਕਿਰਪਾ ਕਰਿਓ ਇਸ ਕਾਰਜ ਵਿੱਚ ਆਪ ਜੀ ਅੰਗ ਸੰਗ ਹੋ ਕੇ ਨਿਰਵਿਘਨਤਾ ਸਹਿਤ ਸੰਪੂਰਨਤਾ ਬਖਸ਼ਿਓ। ਇਹ ਗੱਲ ਹੋ ਗਈ ਭਰੋਸੇ ਦੀ। ਹੁਣ ਸਾਨੂੰ ਗੁਰੂ 'ਤੇ ਭਰੋਸਾ ਹੋ ਗਿਆ। ਗੁਰੂ ਸਾਡੇ ਗ੍ਰਹਿ ਵਿਖੇ ਪਰਸੋਂ ਰੋਜ਼ ਤੋਂ ਲੈ ਕੇ ਪ੍ਰਕਾਸ਼ਮਾਨ ਨੇ। ਗੁਰੂ 'ਤੇ ਸਾਨੂੰ ਵਿਸ਼ਵਾਸ ਹੋ ਗਿਆ। ਹੁਣ ਗੁਰੂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਵੀ ਹੋ ਗਈਆਂ। ਸਾਧ ਸੰਗਤ ਹੁਣ ਗੁਰੂ ਸਾਡੇ ਕਾਰਜ ਫਿਰ ਆਪੇ ਰਾਸ ਕਰੂਗਾ ਨਾ। ਗੁਰੂ ਮਹਾਰਾਜ ਜੀ ਅੰਮ੍ਰਿਤ ਬਾਣੀ ਸਮਝਾਉਣਾ ਕਰਦੇ ਨੇ। ਮਹਾਰਾਜ ਜੀ ਕਹਿੰਦੇ, ਭਾਈ ਜਿਹੜਾ ਕਾਰਜ ਅਸੀਂ ਗੁਰੂ ਤੋਂ ਆਗਿਆ ਲੈ ਕੇ ਰਚਦੇ ਹਾਂ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਜਿਹੜਾ ਕੰਮ ਅਸੀਂ ਸ਼ੁਰੂ ਕੀਤਾ, ਕਾਰਜ ਸ਼ੁਰੂ ਕੀਤਾ, ਉਹਦੇ ਵਿੱਚ ਗੁਰੂ ਦਾ ਸਹਾਰਾ, ਗੁਰੂ ਦਾ ਆਸਰਾ ਲੈ ਲਿਆ। ਫਿਰ ਮਹਾਰਾਜ ਜੀ ਕਹਿੰਦੇ, ਕਾਰਜ ਦੇਹੋ ਸਵਾਰ ਸਤਿਗੁਰ ਸਤ ਸਾਖੀ ਹੈ। ਫਿਰ ਗੁਰੂ ਮਹਾਰਾਜ ਜੀ ਆਪਣੇ ਸੇਵਕਾਂ ਦੇ ਕਾਰਜਾਂ ਨੂੰ ਵੀ ਸਵਾਰ ਦਿੰਦੇ ਨੇ, ਕਿਉਂਕਿ ਕਾਰਜਾਂ ਦੀ ਆਰੰਭਤ ਕਰਨੀ ਹੈ ਅਸੀਂ ਨੇ ਗੁਰੂ ਦੇ ਸਹਾਰੇ ਦੇ ਨਾਲ। ਗੁਰੂ ਦੀ ਬਾਣੀ ਪੜ੍ਹਾਈ ਹੈ, ਗੁਰੂ ਦੇ ਪਵਿੱਤਰ ਚਰਨ ਗ੍ਰਹਿ ਵਿਖੇ ਪਵਾਏ ਨੇ। ਸਾਧ ਸੰਗਤ ਗੁਰੂ ਦੇ ਦਰ ਤੋਂ ਸਾਰੀਆਂ ਖੁਸ਼ੀਆਂ ਦਾਤਾਂ ਮਿਲ ਜਾਂਦੀਆਂ ਨੇ ਜਦੋਂ ਅਸੀਂ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਨਾ। ਫਿਰ ਅਰਦਾਸ ਕੀਤੀ ਗੁਰੂ ਦੇ ਚਰਨਾਂ ਵਿੱਚ ਪਹੁੰਚ ਜਾਂਦੀ ਹੈ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਮਹਾਰਾਜ ਜੀ ਕਹਿੰਦੇ, ਜਦੋਂ ਅਸੀਂ ਦਾਸ ਬਣ ਕੇ, ਸੇਵਕ ਬਣ ਕੇ, ਆਪਣੇ ਮਨ ਨੂੰ ਨੀਵਾਂ ਕਰਕੇ
ਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰ ਦਿੰਦੇ ਆ, ਫਿਰ ਗੁਰੂ ਦੇ ਦਰ 'ਤੇ ਅਰਦਾਸਾਂ ਬੇਨਤੀਆਂ ਸਾਡੀਆਂ ਪੂਰਨ ਹੋ ਜਾਂਦੀਆਂ ਨੇ। ਗੁਰੂ ਦੇ ਚਰਨਾਂ 'ਚ ਪੂਰਨ ਹੋ ਜਾਂਦੀਆਂ ਨੇ ਅਰਦਾਸਾਂ ਬੇਨਤੀਆਂ, ਫਿਰ ਗੁਰੂ ਕਾਰਜ ਵੀ ਸਵਾਰ ਦਿੰਦਾ। ਫਿਰ ਨਹੀਂ ਕੋਈ ਵਿਘਨ ਲੱਗਦਾ ਸਾਧ ਸੰਗਤ ਜੀ, ਵਿਘਨ ਕੋਈ ਨਾ ਲੱਗ ਗਈ। ਜਿੱਥੇ ਪਾਰ ਬ੍ਰਹਮ ਪ੍ਰਾਸ ਸਹਾਈ ਹੋ ਜਾਵੇ ਉੱਥੇ ਵਿਘਨ ਨਹੀਂ ਲੱਗਦਾ ਹੁੰਦਾ। ਤਾਤੀ ਬਾਹ ਨਾ ਲਾ ਗਈ ਪਾਰ ਬ੍ਰਹਮ ਸਰਣਾਈ। ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਆ, ਪਾਰ ਬ੍ਰਹਮ ਦੀ ਸ਼ਰਨ ਦੇ ਵਿੱਚ, ਫਿਰ ਕੋਈ ਵਿਘਨ ਨਹੀਂ ਲੱਗਦਾ। ਸਾਧ ਸੰਗਤ ਆਓ, ਗੁਰੂ ਦੇ ਦਰ 'ਤੇ ਜਦੋਂ ਅਸੀਂ ਆਉਂਦੇ ਹਾਂ, ਗੁਰੂ ਦੇ ਚਰਨਾਂ 'ਚ ਅਰਦਾਸਾਂ ਕਰਦੇ ਹਾਂ ਕਾਰਜਾਂ ਦੀਆਂ ਸਫਲਤਾ ਵਾਸਤੇ, ਫਿਰ ਗੁਰੂ ਕਾਰਜ ਸਵਾਰ ਦਿੰਦਾ ਹੈ। ਗੁਰੂ ਦੇ ਕੋਲੇ ਵੱਡੀਆਂ ਦਾਤਾਂ ਨੇ, ਜਿੱਥੇ ਕਾਰਜ ਸਵਾਰਨ ਦੀ, ਜਿੱਥੇ ਸਾਨੂੰ ਖੁਸ਼ੀਆਂ ਭਰੇ ਸਮਾਗਮਾਂ ਦੀ ਬਖਸ਼ਿਸ਼ ਕਰਦਾ ਹੈ, ਉੱਥੇ ਉਹ ਕਾਰਜਾਂ ਨੂੰ ਸਵਾਰਨ ਦੀ ਸਮਰੱਥਾ ਰੱਖਦਾ ਹੈ। ਸਾਧ ਸੰਗਤ ਗੁਰੂ ਦੇ ਦਰ ਤੋਂ ਕੀ ਨਹੀਂ ਮਿਲਦਾ? ਸਾਰਾ ਕੁਝ ਮਿਲਦਾ ਹੈ। ਦਰਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਉਹਦੇ ਕੋਲ ਤਾਂ ਭੰਡਾਰੇ ਭਰੇ ਪਏ ਨੇ ਖੁਸ਼ੀਆਂ ਦੇ ਅਰਦਾਤਾਂ ਦੇ। ਤੂੰ ਮੰਗਣ ਵਾਲਾ ਬਣ, ਇੱਕ ਵਾਰ ਨੀਵਾਂ ਹੋ ਕੇ ਗੁਰੂ ਦੇ ਚਰਨਾਂ ਵਿੱਚ ਆ ਜਾ, ਫਿਰ ਗੁਰੂ ਦੇ ਦਰ ਤੋਂ ਜਿੰਨੀਆਂ ਵੀ ਆਪਦੀਆਂ ਦਾਤਾਂ ਨੇ ਝੋਲੀਆਂ ਭਰ ਕੇ ਲੈ ਜਾ। ਗੁਰੂ ਕੋਲੇ ਵੱਡੀਆਂ ਦਾਤਾਂ ਨੇ। ਸਾਧ ਸੰਗਤ ਆਓ, ਆ ਧਾਰਨਾ ਪੜ੍ਹੀਏ, ਫਿਰ ਸਾਰੀਆਂ ਸੰਗਤਾਂ ਕੋਈ ਗੁਰ ਇਤਿਹਾਸ ਦੀ ਵਿਚਾਰ ਕਰਾਂਗੇ। ਸੰਗਤਾਂ ਦੇ ਜੁੜਨ ਦੀ ਕਿਰਪਾਲਤਾ ਕਰਨੀ ਹੈ। ਤਕਰੀਬਨ 10 ਕੁ ਵਜੇ ਆਪਾਂ ਨੇ ਸਮਾਪਤੀ ਕਰ ਦੇਣੀ ਹੈ। ਜੇ ਕੋਈ ਮਹਿਮਾਨ ਆਪਾਂ ਨੂੰ ਉਡੀਕਣਾ ਪੈ ਗਿਆ, 5-10 ਮਿੰਟ ਉੱਤੇ ਹੋ ਸਕਦੇ ਨੇ, ਨਹੀਂ 10 ਵਜੇ ਨੂੰ ਫਿਰ ਸਮਾਪਤੀ ਹੋ ਜਾਣੀ ਹੈ। ਸਾਧ ਸੰਗਤ ਜੀ ਹੋ ਭਰੇ ਹੋਏ ਨੇ ਭੰਡਾਰੇ ਮੇਰੇ ਸਤਿਗੁਰ ਦੇ, ਨੀਵਾਂ ਹੋ ਕੇ ਲੁੱਟ ਲੈ ਮਨਾ। ਹੋਏ ਨੇ ਖਜ਼ਾਨੇ ਮੇਰੇ ਸਤਿਗੁਰ ਦੇ, ਨੀਵਾਂ ਹੋ ਕੇ ਲੁੱਟ ਲੈ ਮਨਾ। ਭਰੇ ਹੋਏ ਨੇ ਖਜ਼ਾਨੇ ਮੇਰੇ ਸਤਿਗੁਰ ਦੇ, ਨੀਵਾਂ ਹੋ ਕੇ ਲੁੱਟ ਲੈ ਮਨਾ। ਭਰੇ ਹੋਏ ਨੇ ਖਜ਼ਾਨੇ ਮੇਰੇ ਸਤਿਗੁਰ ਦੇ, ਨੀਵਾਂ ਹੋ ਕੇ ਲੁੱਟ ਲੈ ਮਨਾ। ਖਜ਼ਾਨੇ ਮੇਰੇ ਪ੍ਰੀਤਮ ਦੇ, ਨੀਵਾਂ ਹੋ ਕੇ ਲੁੱਟ ਲੈ ਮਨਾ। ਪਰੇ ਹੋਏ ਨੇ ਖਜ਼ਾਨੇ ਮੇਰੇ ਸਤਿਗੁਰ ਦੇ, ਉਹ ਨੀਵਾਂ ਹੋ ਕੇ ਲੁੱਟ ਲੈ ਮਨਾ। ਭਰੇ ਹੋਏ ਨੇ ਖਜ਼ਾਨੇ ਮੇਰੇ ਸਤਿਗੁਰ ਦੇ, ਨੀਵਾਂ ਹੋ ਕੇ ਲੁੱਟ ਲੈ ਮਨਾ। ਭਰੇ ਹੋਏ ਨੇ ਖਜ਼ਾਨੇ ਮੇਰੇ ਸਤਿਗੁਰ ਦੇ, ਨੀਵਾਂ ਹੋ ਕੇ ਲੁੱਟ ਲੈ ਮਨਾ। ਨੀਵਾਂ ਹੋ ਕੇ ਜੀ ਲੁੱਟ ਲੈ ਮਨਾ। ਨੀਵਾਂ ਹੋ ਕੇ ਜੀ ਲੁੱਟ ਲੈ ਮਨਾ। ਓ ਨੀਵਾਂ ਹੋ ਕੇ ਜੀ ਲੁੱਟ ਲੈ ਮਨਾ। ਤੂੰ ਨੀਵਾਂ ਹੋ ਕੇ ਜੀ ਲੁੱਟ ਲੈ ਮਨਾ। ਨੀਵਾਂ ਹੋ ਕੇ ਜੀ ਲੁੱਟ ਲੈ ਮਨਾ। ਨੀਵਾਂ ਹੋ ਕੇ ਜੀ ਲੁੱਟ ਲੈ ਮਨਾ। ਤੂੰ ਨੀਵਾਂ ਹੋ ਕੇ ਜੀ ਲੁੱਟ ਲੈ ਮਨਾ। ਤੂੰ ਨੀਵਾਂ ਹੋ ਕੇ ਜੀ ਲੁੱਟ ਲੈ ਮਨਾ। ਨੇ ਖਜ਼ਾਨੇ ਮੇਰੇ ਸਤਿਗੁਰ ਦੇ, ਭਰੇ ਹੋਏ ਨੇ ਖਜ਼ਾਨੇ ਮੇਰੇ ਪ੍ਰੀਤਮ ਦੇ। ਭਰੇ ਹੋਏ ਨੇ ਖਜ਼ਾਨੇ ਮੇਰੇ ਸਤਿਗੁਰ ਦੇ। ਭਰੇ ਹੋਏ ਨੇ ਖਜ਼ਾਨੇ ਮੇਰੇ ਪ੍ਰੀਤਮ ਦੇ। ਭਰੇ ਹੋਏ ਨੇ ਖਜ਼ਾਨੇ ਮੇਰੇ ਪ੍ਰੀਤਮ ਦੇ। ਭਰੇ ਹੋਏ ਨੇ ਖਜ਼ਾਨੇ ਮੇਰੇ ਸਤਿਗੁਰ ਦੇ। ਭਰੇ ਹੋਏ ਨੇ ਖਜ਼ਾਨੇ ਮੇਰੇ ਪ੍ਰੀਤਮ ਦੇ। ਭਰੇ ਹੋਏ ਨੇ ਖਜ਼ਾਨੇ ਮੇਰੇ ਸਤਿਗੁਰ ਦੇ। ਭਰੇ ਹੋਏ ਨੇ ਖਜ਼ਾਨੇ ਮੇਰੇ ਪ੍ਰੀਤਮ ਦੇ। ਜਾਨੇ ਬਾਜਾਂ ਵਾਲੇ ਦੇ, ਨੀਵਾਂ ਹੋ ਕੇ
ਕੇ ਲੁੱਟ ਲੈ ਮਨਾ ਪਰੇ। ਹੋਏ ਨੇ ਖਜ਼ਾਨੇ ਮੇਰੇ ਸਤਿਗੁਰ ਦੇ, ਨੀਵਾ ਹੋ ਕੇ ਲੁੱਟ ਲੈ ਮਨਾ। ਅਰੇ ਹੋਏ ਨੇ ਖਜ਼ਾਨੇ ਮੇਰੇ ਸਤਿਗੁਰ ਦੇ, ਨੀਵਾ ਹੋ ਕੇ ਲੁੱਟ ਲੈ ਮਨਾ। ਪਰੇ ਹੋਏ ਨੇ ਖਜ਼ਾਨੇ ਮੇਰੇ ਸਤਿਗੁਰ ਦੇ, ਨੀਵਾ ਹੋ ਕੇ ਲੁੱਟ ਲੈ ਮਨਾ। ਮੈਂ ਮੇਰੀ ਨੂੰ ਮਾਰ ਕੇ ਨੀਕੀ ਕਰਕੇ ਕੁੱਟ, ਭਰੇ ਖਜ਼ਾਨੇ ਸਾਹਿਬ ਦੇ ਤੂੰ ਨੀਵਾ ਹੋ ਕੇ ਲੁੱਟ। ਸਾਧ ਸੰਗਤ ਜੀ ਕਵੀ ਦੀ ਰਚਨਾ ਹੈ। ਕਹਿੰਦਾ ਤੂੰ ਮਨ ਨੂੰ ਨੀਵਾ ਕਰ ਲੈ ਗੁਰੂ ਦੇ ਚਰਨਾਂ ਦੇ ਵਿੱਚ, ਫਿਰ ਤੇਰੇ ਖਜ਼ਾਨੇ ਜਿਹੜੇ ਤੇਰੇ ਭਰ ਦੂਗਾ ਆਪਦੇ ਖਜ਼ਾਨਿਆਂ ਵਿੱਚੋਂ। ਸਾਧ ਸੰਗਤ ਜੇ ਆਪਾਂ ਕਹੀਏ ਮੇਰਾ ਕਾਰੋਬਾਰ ਬਹੁਤ ਵੱਡਾ ਹੈ, ਕਈ ਵਾਰ ਵੱਡੇ ਵੱਡੇ ਕਾਰੋਬਾਰ ਵਾਲਿਆਂ ਦੇ ਵੀ ਖਜ਼ਾਨੇ ਖਾਲੀ ਹੁੰਦੇ ਨੇ, ਪਰ ਕਈ ਵਾਰੀ ਇਹ ਵੀ ਹੁੰਦਾ ਜਿਹੜੇ ਕੁੱਲੀਆਂ 'ਚ ਗੁਜ਼ਾਰਾ ਕਰਨ ਵਾਲੇ ਦੇ ਉਹਨਾਂ ਦੇ ਖਜ਼ਾਨੇ ਨਾਮ ਨਾਲ ਭਰੇ ਪਏ ਹੁੰਦੇ ਨੇ। ਭਗਤ ਕਬੀਰ, ਉਹਦੀ ਮਾਂ ਕੀ ਕਹਿੰਦੀ ਹੈ? ਮਾਂ ਕਹਿੰਦੀ ਹੈ, ਕਹਿੰਦੀ ਵਿਗੜਿਓ ਕਬੀਰਾ, ਕਹਿੰਦੀ ਕਬੀਰ ਵਿਗੜ ਗਿਆ। ਆ ਦੁਨੀਆ ਦੇ ਲੋਕੋ, ਰਾਮ ਕਬੀਰਾ ਆ ਵਿਗੜ ਗਿਆ ਮੇਰਾ ਕਬੀਰ। ਆ ਦੇਖ ਲਓ ਇਹਦੀ ਹਾਲਤ, ਹੁਣ ਕੰਮ ਨਹੀਂ ਕਰਦਾ। ਪਹਿਲਾਂ ਹਰ ਰੋਜ਼ ਨਾਮ ਜਪਦਾ ਸੀ, ਜਿਹੜਾ ਘਰ ਦੇ ਵਿੱਚ ਕੱਪੜਾ ਬੁਣਨਾ ਵੇਚਣਾ 4 ਪੈਸੇ ਖੱਟਣੇ, ਉਹ ਸਾਧੂਆਂ ਨੂੰ ਲੰਗਰ ਛਕਾ ਦੇਣਾ। ਆ ਹੁਣ ਕੰਮ ਕਾਰਨ ਤੋਂ ਵੀ ਹਟ ਗਿਆ। ਪੁੱਤਰਾ ਤੂੰ ਕੰਮ ਕਾਤੇ ਨਹੀਂ ਕਰਿਆ ਕਰਦਾ? ਕੰਮ ਕਰਿਆ ਕਰ, ਕੰਮ ਤੋਂ ਬਿਨਾਂ ਤਾਂ ਕੁਝ ਨਹੀਂ ਬਣਨਾ। ਉਹ ਤੇਰੇ ਘਰ ਦੇ ਵਿੱਚ ਆ ਤੇਰੀ ਪੁੱਤਰੀ ਆ ਕਮਾਲੀ, ਕਮਾਲਾ ਪੁੱਤਰ ਹੈ, 2 ਬੱਚੇ ਨੇ ਤੇਰੇ, ਇਹਨਾਂ ਦਾ ਪਾਲਣ ਪੋਸ਼ਣ ਵੀ ਕਰਨਾ ਹੈ। ਮਾਂ ਨੇ ਬੜਾ ਸਮਝਾਇਆ, ਬੜਾ ਰੋਕਿਆ, ਕਬੀਰਾ ਕੰਮ ਕਰਿਆ ਕਰ। ਆ ਤੂੰ ਨਾਮ ਜਪੀ ਜਾਣਾ ਹਰ ਸਮੇਂ ਬੈਠਾ, ਇਹ ਮਾਲਾ ਨੇ ਕੀ ਕਰਨਾ ਹੈ? ਜਬ ਕਿ ਸੁਣੋ ਦਰਾਣੀ ਸੁਣੋ ਜਠਾਣੀ ਚਰਜ ਏਕ ਭਇਓ। ਉਹ ਕਹਿੰਦੀ ਆ ਆਪਣੀਆਂ ਭੈਣਾਂ, ਆਪਣੀਆਂ ਦਰਾਣੀਆਂ ਜਠਾਣੀਆਂ ਨੂੰ ਕਹਿੰਦੀ ਆ ਦੇਖੋ ਆ ਇੱਕ ਨਵਾਂ ਹੀ ਚਾਰਜ ਹੋ ਗਿਆ। ਆ ਜਬ ਕੀ ਮਾਲਾ ਲਈ ਨਪੁੱਤੇ ਤਬ ਤੇ ਸੁੱਖ ਨਾ ਪਿਓ। ਆ ਜੱਦਣ ਦੀ ਇਹਨੇ ਮਾਲਾ ਫੜ ਲਈ ਨਾ, ਉਦਣ ਦਾ ਕੰਮ ਕਰਨ ਤੋਂ ਹਟ ਗਿਆ, ਘਰ ਵਿੱਚ ਗਰੀਬੀ ਆ ਗਈ। ਇਹਨੂੰ ਫਿਕਰ ਹੀ ਨਹੀਂ, ਘਰ ਦੇ ਵਿੱਚ ਨੌਜਵਾਨ ਬੇਟੀ ਹੈ, ਇਹਦਾ ਵਿਵਾਹ ਕਰਨਾ। ਸਾਧ ਸੰਗ ਜਦੋਂ ਘਰਾਂ ਦੇ ਵਿੱਚ ਧੀਆਂ ਜਵਾਨ ਹੋ ਜਾਂਦੀਆਂ ਨੇ, ਮਾਂ ਬਾਪਾਂ ਨੂੰ ਫਿਕਰ ਲੱਗ ਜਾਂਦਾ। ਅੱਜ ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਹੋਰੀ, ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹੋਰਾਂ ਨੇ ਪਰਿਵਾਰ ਦੇ ਵਿੱਚ ਬੇਟੀ ਨੌਜਵਾਨ ਹੋਈ ਹੈ, ਫਿਕਰ ਪੈ ਜਾਂਦਾ ਨਾ ਮਾਂ ਬਾਪਾਂ ਨੂੰ, ਕਦੋਂ ਇਹਦੇ ਜੋਗ ਵਾਰ ਦੇ ਕੇ ਕਦੋਂ ਆਪਾਂ ਹੱਥ ਪੀਲੇ ਕਰ ਦਈਏ, ਕਦੋਂ ਵਿਵਾਹ ਕਰ ਦਈਏ। ਸਾਧ ਸੰਗਤ ਬੜਾ ਸਮਝਾਇਆ, ਕਬੀਰਾ ਕੰਮ ਕਰਿਆ ਕਰ, ਤੂੰ ਕੰਮ ਨਹੀਂ ਕਰਦਾ। ਭੈਣ ਭਾਈਆਂ ਨੂੰ ਕਹਿਣਾ ਕੀਤਾ, ਇਹਨੂੰ ਸਮਝਾਵੋ ਕੋਈ ਕੰਮਕਾਰ ਕਰ ਲਿਆ ਕਰੇ। ਸਾਧ ਸੰਗਤ ਇੱਕ ਦਿਨ ਕੀ ਦੇਖਿਆ ਨਾ, ਕਹਿੰਦੇ ਦਿਨ ਆ ਗਿਆ ਨੇੜੇ, ਭਗਤ ਕਬੀਰ ਦੀ ਬੇਟੀ ਦਾ ਵਿਆਹ ਰੱਖ ਦਿੱਤਾ। 3 ਦਿਨ ਰਹਿੰਦੇ ਨੇ। ਮਾਂ ਕਹਿਣ ਲੱਗੀ, ਕਹਿੰਦੀ ਕਬੀਰ ਹੁਣ ਤੂੰ ਕੰਮ ਨਹੀਂ ਕਰਦਾ, ਘਰ ਦੇ ਵਿੱਚ ਪੈਸਾ ਵੀ ਨਹੀਂ, ਗਰੀਬੀ ਵੀ ਹੈ, ਆ ਬੇਟੀ ਦਾ ਵਿਆਹ ਰੱਖਤਾ, 3-4 ਦਿਨ ਰਹਿ ਗਏ, ਵਿਆਹ ਕਰਨਾ ਹੈ, ਤੂੰ ਇਹਦੇ ਬਾਰੇ ਵੀ ਕਦੇ ਸੋਚਿਆ? ਸਾਧ ਸੰਗਤ ਕਬੀਰ ਨੇ ਕਹਿਣਾ ਕੀਤਾ, ਕਹਿੰਦਾ ਮਾਂ ਉਹ ਜਿਹਨੇ ਧੀ ਪੁੱਤਰ ਦਿੱਤੇ ਨੇ ਉੱਤੇ ਥੋੜ੍ਹਾ ਬਹੁਤਾ ਵਿਸ਼ਵਾਸ ਵੀ ਰੱਖਿਆ ਕਰ। ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਮਾਂ ਕਾਰਜ ਕਿਹਨੇ ਰਚਿਆ? ਉਹ ਕਾਲ ਪੁਰਖ ਮਹਾਰਾਜ ਨੇ। ਫਿਰ ਤੂੰ ਕਾਹਦਾ ਫਿਕਰ ਕਰਦੀਆਂ? ਆਪੇ ਪੂਰਨ ਕਰ ਦੂਗਾ। ਬੰਦਾ ਕੌਣ ਹੈ ਕਰਨ ਵਾਲਾ? ਜਿਹਨੇ ਕਾਰਜ ਰਚਿਆ, ਧੀ ਪੁੱਤਰ ਦਿੱਤੇ ਨੇ, ਧੀਆਂ ਪੁੱਤਰਾਂ ਦੇ ਕਾਰਜ ਰਚੇ ਨੇ। ਅੱਜ ਪਰਿਵਾਰ ਨੇ, ਭਾਈ ਸਾਹਿਬ ਭਾਈ ਲਛਮਣ ਸਿੰਘ ਦੇ ਪਰਿਵਾਰ ਨੇ ਗੁਰੂ ਦੇ ਚਰਨ ਦਾ ਓਟ ਆਸਰਾ ਲਿਆ। ਕਿਉਂ? ਗੁਰੂ ਨੇ ਕਾਰਜ ਰਚਿਆ, ਖੁਸ਼ੀਆਂ ਦੀ ਦਾਤ ਗੁਰੂ ਨੇ ਦਿੱਤੀ ਹੈ। ਜੇ ਗੁਰੂ ਨੇ ਦਾਤ ਦਿੱਤੀ ਹੈ, ਗੁਰੂ ਨੇ ਕਾਰਜ ਰਚਿਆ, ਅੱਜ ਓਟ ਆਸਰਾ ਵੀ ਗੁਰੂ ਦਾ ਲਿਆ। ਮਾਂ ਤੂੰ ਗੁਰੂ ਤੇ ਵਿਸ਼ਵਾਸ ਰੱਖ, ਉਹਦਾ ਓਟ ਆਸਰਾ ਲਿਆ ਕਰ। ਕਹਿਣ ਲੱਗੀ ਪੁੱਤਰਾ ਘਰ ਦੇ ਵਿੱਚ ਤਾਂ ਕੁਝ ਵੀ ਨਹੀਂ, ਗਰੀਬੀ ਕਿੰਨੀ ਹੈ। ਕੱਲ੍ਹ ਨੂੰ ਮੇਲ ਨੇ ਆ ਜਾਣਾ, ਬਰਾਤੀਆਂ ਨੇ ਆ ਜਾਣਾ, ਧੀ ਭੈਣ ਨੂੰ ਕੁਝ ਦੇਣ ਲੈਣ ਵੀ ਕਰਨਾ, ਘਰ ਵਿੱਚ ਤਾਂ ਕੁਝ ਵੀ ਨਹੀਂ। ਸਾਧ ਸੰਗਤ ਕਾਰਜ ਦਾ ਅਸੀਂ ਰਚ ਲੈਂਦੇ ਹਾਂ, ਪਰ ਉਹ ਕਾਰਜ ਨੂੰ ਨੇਪਰੇ ਕੌਣ ਚਾੜਦਾ ਹੈ?
ਵਿੱਚ ਕਰਤਾ ਪੁਰਖ ਖਲੋਆ ਬਾਲ ਨਾ ਬਿੰਗਾ ਹੋਆ। ਜਦੋਂ ਕਰਤਾ ਪੁਰਖ ਅਕਾਲ ਪੁਰਖ ਮਹਾਰਾਜ ਜਿਹਨੇ ਆ ਸ੍ਰਿਸ਼ਟੀ ਸਾਜੀ ਹੈ, ਜਦੋਂ ਉਹ ਵਿੱਚ ਆ ਕੇ ਖੜ ਜਾਂਦਾ ਨਾ, ਫਿਰ ਜਿਹੜੇ ਕਾਰਜ ਨੇ ਉਹਨਾਂ ਨੂੰ ਕੋਈ ਵਿਘਨ ਨਹੀਂ ਲੱਗਦਾ ਹੁੰਦਾ, ਉਹ ਕਾਰਜ ਸਫਲ ਹੋ ਜਾਂਦੇ ਨੇ। ਵਿੱਚ ਕਰਤਾ ਪੁਰਖ ਖਲੋਆ, ਜਦੋਂ ਵਿੱਚ ਕਰਨਹਾਰ ਪਰਮਾਤਮਾ ਆਪ ਵਿੱਚ ਕਾਰਜਾਂ ਦੇ ਖੜ ਜਾਵੇ ਆ ਕੇ, ਫੇਰ ਨਹੀਂ ਵਿਘਨ ਲੱਗਦਾ। ਕਹਿਣਾ ਕੀਤਾ, ਪੁੱਤਰਾ ਘਰ ਵਿੱਚ ਕੋਈ ਪੈਸਾ ਨਹੀਂ, ਕਿਵੇਂ ਕਰਾਂਗੇ? ਤੈਨੂੰ ਤਾਂ ਘਰ ਦਾ ਫਿਕਰ ਹੀ ਨਹੀਂ ਕੋਈ, ਤੂੰ ਤਾਂ ਹਰ ਵੇਲੇ ਮਾਲਾ ਹੀ ਫੇੜੀ ਜਾਂਦਾ ਹੈ। ਆ ਸਾਧੂਆਂ ਦੇ ਵਿੱਚ ਬੈਠੇ ਰੱਬ ਦੇ ਘਰ ਦੀਆਂ ਗੱਲਾਂ ਕਰੀ ਜਾਂਦਾ, ਇਹ ਮਾਲਾ ਨਾਲ ਤਾਂ ਨਹੀਂ ਵਿਆਹ ਹੋਣਾ। ਮਾਂ ਤੂੰ ਤੇ ਵਿਸ਼ਵਾਸ ਕਿਉਂ ਨਹੀਂ ਰੱਖਦੀ? ਥੋੜਾ ਵਿਸ਼ਵਾਸ ਰੱਖ ਪਰਮਾਤਮਾ ਤੇ, ਸਭ ਕੁਝ ਹੋ ਜਾਵੇਗਾ। ਮਾਂ ਗਈ ਅੰਦਰ, ਅੰਦਰੋਂ ਜਾ ਕੇ ਨਾ ਇੱਕ ਕੱਪੜੇ ਦਾ ਥਾਨ ਚੁੱਕ ਕੇ ਲੈ ਕੇ ਆਈ। ਕਹਿਣ ਲੱਗੀ, ਕਹਿੰਦੀ ਕਬੀਰਾ ਆ ਮੈਂ ਤੇਰੇ ਕੋਲੋਂ ਲੁਕੋ ਲੁਕੋ ਕੇ ਇੱਕ ਥਾਨ ਰੱਖਿਆ ਕੱਪੜੇ ਦਾ, ਕਿਉਂਕਿ ਕਬੀਰ ਭਗਤ ਜੀ ਜਾਤ ਦੇ ਜੁਲਾਹੇ ਸੀ ਨਾ, ਕੱਪੜਾ ਬੁਣਦੇ, ਫਿਰ ਉਹ ਕੱਪੜੇ ਨੂੰ ਵੇਚਣਾ, ਫਿਰ ਘਰ ਦਾ ਗੁਜ਼ਾਰਾ। ਕਹਿੰਦੀ ਤੇਰੇ ਕੋਲੋਂ ਲੁਕੋ ਕੇ ਰੱਖਿਆ ਸੀ ਕਾ ਕੱਪੜਾ, ਕਿਉਂ ਜਿਹੜੀਆਂ ਘਰ ਦੀਆਂ ਸਮਝਦਾਰ ਬਜ਼ੁਰਗ ਭੈਣਾਂ ਹੁੰਦੀਆਂ ਨੇ ਨਾ, ਮਤਾਬਾਂ, ਇਹਨਾਂ ਨੂੰ ਘਰ ਦਾ ਫਿਕਰ ਹੁੰਦਾ ਹੈ। ਇਹਨਾਂ ਨੂੰ ਪਤਾ ਹੁੰਦਾ ਕਿ ਕਿਹੜਾ ਪੈਸਾ ਕਦੋਂ ਕੰਮ ਆਉਣਾ, ਕਿਹੜੀ ਚੀਜ਼ ਨੇ ਕਦੋਂ ਕੰਮ ਆਉਣਾ, ਕਿਹੜੇ ਕਾਰਜ ਵਿੱਚ ਕਿਹੜੀ ਚੀਜ਼ ਆ, ਉਹਨੂੰ ਪਹਿਲਾਂ ਹੀ ਸੰਭਾਲ ਕੇ ਰੱਖ ਲੈਂਦੀਆਂ ਨੇ। ਬੇਟੀ ਦਾ ਵਿਆਹ ਕਰਨਾ ਹੋਵੇ, ਪਹਿਲਾਂ ਭੈਣਾਂ ਇਕੱਠੀ ਪਹਿਲਾਂ ਹੀ ਭਾਂਡੇ ਲੈਣਾ ਸ਼ੁਰੂ ਕਰ ਦਿੰਦੀਆਂ ਤੀਆਂ, 5-5 4-4 ਸਾਲ ਕੱਪੜੇ ਬਣਾਉਣੇ, ਆ ਖੇਸ ਨੇ, ਆ ਦਰੀਆਂ ਨੇ ਦੇਣੀਆਂ ਨੇ, ਵਿਆਹ 'ਚ ਪਹਿਲਾਂ ਹੀ ਸ਼ੁਰੂ ਕਰ ਲੈਣੀਆਂ, ਦੇਣੀਆਂ ਇਕੱਠੀਆਂ ਕਰਨੀਆਂ। ਅੱਜ ਮਾਂ ਨੇ ਘਰ ਦੇ ਵਿੱਚ ਕੱਪੜਾ ਪਿਆ, ਚੱਕ ਕੇ ਲਿਆਂਦਾ, ਕਹਿੰਦੀ ਫਰੀਦਾ, ਕਹਿੰਦੀ ਕਬੀਰਾ ਆਹ ਫੜ ਕੱਪੜਾ, ਇਹ ਥਾਨ ਨੂੰ ਬਾਜ਼ਾਰ 'ਚ ਵੇਚਿਆ, ਜਾ ਕੇ ਵੇਚ ਕੇ ਆ ਕਰਦਾ ਸੌਦਾ ਲੈ ਆਈ। ਉਹ ਜਿੰਨਾ ਕੁ ਸੌਦਾ ਲਿਆਵੇਂਗਾ, ਜਿੰਨੀ ਕੁ ਆਪਣੇ 'ਚ ਗੁੰਜਾਇਸ਼ ਓਡਾ ਕੁ ਵਿਆਹ ਕਰ ਲਾਂਗੇ। ਸਾਧ ਸੰਗਤ ਇਹੀਓ ਹੁੰਦਾ ਨਾ, ਅਸੀਂ ਦੇਖਦੇ ਹਾਂ ਵੀ ਜਿੰਨੀ ਕੁ ਸਾਡੇ 'ਚ ਗੁੰਜਾਇਸ਼ ਆ, ਸਿਆਣੇ ਕਹਿੰਦੇ ਚਾਦਰ ਦੇ ਕੇ ਪੈਰ ਪਸਾਰ ਲੈਣਾ ਚਾਹੀਦਾ। ਇਹ ਨਾ ਹੋਵੇ ਕਾਰਜ ਬੜਾ ਰੱਖ ਲਈਏ, ਫਿਰ ਗਵਾਂਢੀਆਂ ਦੇ ਫਿਰੀ ਜਾਈਏ ਦੇਖਦੇ ਕੌਣ ਦਊਗਾ ਕੁਝ ਨਹੀਂ ਕੋਈ ਦਿੰਦਾ, ਕੋਈ ਕਿਸੇ ਦੀ ਮਦਦ ਨਹੀਂ ਕਰਦਾ, ਕੋਈ ਕਿਸੇ ਦਾ ਨਹੀਂ। ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਵਜਾਏ। ਮਹਾਰਾਜ ਜੀ ਕਹਿੰਦੇ ਸਭ ਦੇਖੇ ਹੋਏ ਨੇ, ਸਭ ਦੇਖੇ ਹੋਏ ਨੇ, ਕਹਿੰਦੇ ਕੋਈ ਨਹੀਂ ਕਿਸੇ ਦੀ ਮਦਦ ਕਰਦਾ, ਤੂੰ ਆਪਣਾ ਸਿਰ ਆਪ ਗੁੰਦ। ਮਾਂ ਨੇ ਕਹਿਣਾ ਕੀਤਾ, ਆ ਫੜ ਪੁੱਤਰਾ, ਇੰਨਾ ਕੁ ਕੱਪੜਾ ਬਚਿਆ, ਲੈ ਜਾ। ਸਾਧ ਸੰਗਤ ਫਿਰ ਉਹ ਕੱਪੜਾ ਲੈ ਲਿਆ, ਮੋਢੇ ਰੱਖ ਲਿਆ ਥਾਨ ਵੱਡਾ ਸਾਰਾ। ਕਹਿੰਦੀ ਜਾ ਇੱਕ ਵੱਡੀ ਸਾਰੀ ਲਿਸਟ ਬਣਾ ਕੇ ਦਿੱਤੀ, ਆਹ ਲਿਸਟ ਹੈ, ਉਹ ਘਰ ਦੇ ਜਿਹੜੇ ਸੌਦੇ ਨੇ ਫਿਰ ਉਹ ਵੀ ਲੈ ਆਈ। ਹੁਣ ਵਿਆਹ ਦੇ ਦਿਨ ਤਾਂ 3 ਦਿਨ ਰਹਿ ਗਏ ਸਾਰੇ। ਸਾਧ ਸੰਗਤ ਭਗਤ ਕਬੀਰ ਨੇ ਥਾਨ ਫੜ ਕੇ ਮਾਂ ਤੋਂ ਮੋਢੇ 'ਤੇ ਰੱਖ ਲਿਆ, ਬਾਜ਼ਾਰ ਵੱਲ ਨੂੰ ਤੁਰ ਪਿਆ। ਜਦੋਂ ਤੁਰਿਆ ਬਾਜ਼ਾਰ ਵੱਲ ਨੂੰ, ਕੀ ਦੇਖਿਆ? ਅੱਗੇ ਦੁਨੀਆ ਦਾ ਮਾਲਕ ਅਕਾਲ ਪੁਰਖ ਮਹਾਰਾਜ, ਉਹ ਆਪਣੇ ਸੇਵਕਾਂ ਦੀ, ਆਪਣੇ ਭਗਤਾਂ ਦੀ ਪ੍ਰੀਖਿਆ ਲੈਂਦਾ ਹੈ। ਉਹ ਕਸਵੱਟੀ ਲਾ ਕੇ ਦੇਖਦਾ ਹੈ, ਉਹ ਪਰਖ ਕਰਦਾ ਹੈ, ਮੇਰਾ ਭਗਤ ਪੂਰਾ ਵੀ ਹੈ, ਇਹ ਮੇਰੇ 'ਤੇ ਵਿਸ਼ਵਾਸ ਵੀ ਰੱਖਦਾ ਹੈ ਕਿ ਉੱਤੋਂ ਹੀ ਹੈ। ਇਹ ਲਾ ਕਸਵੱਟੀਆਂ ਪਰਖਦਾ ਏ, ਸਤਿਗੁਰ ਪੁਰਖ ਦਾ ਆਪਣੇ ਪਿਆਰਿਆਂ ਨੂੰ। ਕਦੇ ਦੇਗਾਂ ਵਿੱਚੋਂ ਵਾਲ ਦਿੰਦਾ, ਕਦੇ ਸਿਰਾਂ 'ਤੇ ਚਲਾਉਂਦਾ ਆਰਿਆਂ ਨੂੰ। ਐਂ ਕਸਵੱਟੀਆਂ ਲਾ ਪਰਖਦਾ, ਕਿਸੇ ਦਾ ਬੰਦ ਕੱਟ ਦਿੰਦਾ, ਪਰ ਮੁਖੋਂ ਸੀ ਨਹੀਂ ਉਚਾਰੀ, ਉੱਤੇ ਵਿਸ਼ਵਾਸ ਭਰੋਸਾ ਬਣਾ ਕੇ ਰੱਖਿਆ। ਦੇਗਾਂ ਵਿੱਚੋਂ ਵਾਲ ਦਿੱਤਾ, ਜਪਜੀ ਸਾਹਿਬ ਦਾ ਸਿੱਖ ਪਾਠ ਇਹ ਕਰੀ ਗਿਆ, ਸਿਰ 'ਤੇ ਆਰਾ ਚਲਾ ਦਿੱਤਾ, 2 ਫਾੜ ਹੋ ਗਏ, ਪਰ ਮੁਖੋਂ ਜਪਜੀ ਸਾਹਿਬ ਦਾ ਪਾਠ ਉਚਾਰਨ ਹੋ ਗਿਆ। ਬੜਾ ਵਿਸ਼ਵਾਸ ਹੈ, ਗੁਰੂ ਪਰਖਦਾ ਹੈ ਅਤੇ ਸਿੱਖ ਕਸਵੱਟੀ ਦੇ ਪੂਰਾ ਉਤਰਦਾ, ਜਦੋਂ ਫਿਰ ਵੀ ਗੁਰੂ 'ਤੇ ਵਿਸ਼ਵਾਸ ਰੱਖਦਾ। ਡੋਲਿਆ ਨਾ ਕਰੋ, ਗੁਰੂ ਆਪ ਵਰਤ ਜਾਂਦਾ ਹੈ। ਅਸੀਂ ਕਹਿੰਦੇ ਹਾਂ ਸਾਡੇ ਕੋਲੇ ਕੁਝ ਨਹੀਂ, ਗੁਰੂ ਆਪ ਸਿੱਧਾ ਨਹੀਂ ਆਉਂਦਾ, ਉਹ ਕਿਸੇ ਭੈਣ ਭਾਈ ਰਾਹੀਂ ਆ ਜਾਂਦਾ, ਤੇ ਤੇਰੀ ਮਦਦ ਮੈਂ ਕਰ ਦਿੰਦਾ। ਕਿਸੇ ਰਿਸ਼ਤੇਦਾਰੀ ਰਾਹੀਂ ਆ ਜਾਂਦਾ ਹੈ, ਕਦੇ ਕੋਈ ਗਵਾਂਢੀ ਬਣ ਕੇ ਆ ਜਾਂਦਾ ਹੈ, ਕਿਤੇ ਕਿਸੇ ਰੂਪ 'ਚ ਆ ਕੇ ਕਾਰਜ ਪੂਰਾ ਕਰ ਜਾਂਦਾ ਹੈ। ਕਰਨ ਵਾਲਾ ਉਹੀ ਹੈ, ਇਹੀ ਕਰਦਾ ਸਾਰੇ ਕੁਝ ਕਾਰਜ। ਸਾਨੂੰ ਭੁਲੇਖਾ ਰਹਿੰਦਾ ਮੇਰਾ ਰਿਸ਼ਤੇਦਾਰ ਮੇਰੀ ਮਦਦ ਕਰ ਗਿਆ, ਰਿਸ਼ਤੇਦਾਰ ਨਹੀਂ, ਉਹ ਰਿਸ਼ਤੇਦਾਰ ਦੇ ਦਿਲ ਦੇ ਵਿੱਚ ਇਹ ਵਸਿਆ, ਇਹਨੇ ਕਰਵਾਇਆ ਸਾਰਾ ਕੁਝ। ਅਕਾਲ ਪੁਰਖ ਮਹਾਰਾਜ ਆਪ ਕਰਾਉਂਦਾ ਸਾਰੇ ਕਾਰਜ।
ਅੱਜ ਚੱਲ ਪਿਆ। ਅੱਗੇ ਆ ਗਿਆ ਅਕਾਲ ਪੁਰਖ ਮਹਾਰਾਜ ਨੇ ਇੱਕ ਗਰੀਬ ਜੇ ਪੰਡਤ ਦਾ ਰੂਪ ਧਾਰ ਲਿਆ, ਫਕੀਰ ਜਿਹਾ ਬਣਿਆ, ਪਾਟੇ ਹੋਏ ਕੱਪੜੇ। ਉਹ ਆ ਕੇ ਕਬੀਰ ਨੂੰ ਰੋਕ ਲਿਆ, ਕਹਿੰਦਾ ਭਾਈ ਰੁਕੀ ਰੁਕੀ। ਕਬੀਰ ਕਹਿੰਦਾ ਹਾਂ ਭਾਈ ਕੀ ਗੱਲ ਹੈ, ਕੌਣ ਹੈ, ਕਿੱਥੇ ਜਾਣਾ ਹੈ? ਕਹਿੰਦਾ ਇੱਥੇ ਕਬੀਰ ਦਾ ਘਰ ਕਿੱਥੇ ਕਾ ਹੈ? ਕਬੀਰ ਹੈਰਾਨ ਹੋ ਗਿਆ, ਹੱਸਣ ਲੱਗ ਪਿਆ। ਉਹ ਕਹਿੰਦਾ ਮੈਂ ਕਬੀਰ, ਮੈਨੂੰ ਇਹ ਪੁੱਛਦਾ ਵੀ ਕਬੀਰ ਦਾ ਘਰ ਕਿੱਥੇ ਹੈ? ਕਹਿੰਦਾ ਕੀ ਗੱਲ ਬਈ? ਕਬੀਰ ਨੇ ਕਿਹਾ ਵੀ ਸ਼ਾਇਦ ਵਿਆਹ ਦੇ ਦਿਨ ਨੇੜੇ ਆ ਗਏ, ਕੋਈ ਸਾਗ ਸੰਬੰਧੀ ਰਿਸ਼ਤੇਦਾਰ ਕੋਈ ਨਾ ਕੋਈ ਸੁਨੇਹਾ ਲੈ ਕੇ ਆਇਆ ਹੋਣਾ। ਕਬੀਰ ਕਹਿੰਦਾ ਭਾਈ ਕਰਨਾ ਕੀ ਹੈ, ਕਾਹਦੇ ਵਾਸਤੇ ਮਿਲਣਾ ਕਬੀਰ ਨੂੰ? ਤਾਂ ਉਹ ਕਹਿਣ ਲੱਗਿਆ ਭਾਈ ਮੈਂ ਸੁਣਿਆ ਭਗਤ ਕਬੀਰ ਬਹੁਤ ਵੱਡਾ ਦਾਨੀ ਹੈ। ਉਹ ਭਗਤ ਹੈ, ਉਹ ਪ੍ਰਮਾਤਮਾ 'ਤੇ ਵਿਸ਼ਵਾਸ ਰੱਖਣ ਵਾਲਾ ਹੈ। ਉਹ ਕਹਿੰਦਾ ਮੈਂ ਆਪਦੇ ਤਨ ਦੇ ਮੇਰੇ ਕੱਪੜੇ ਸਾਰੇ ਪਟ ਗਏ। ਕਹਿੰਦਾ ਕਬੀਰ ਭਗਤ ਕੋਲੋਂ ਕੱਪੜਾ ਲੈਣਾ, ਕਹਿੰਦੇ ਉਹ ਦਾਨੀਆਂ ਦਾਨ ਕਰ ਦਿੰਦਾ, ਕੱਪੜਾ ਫਰੀ 'ਚ ਦੇ ਦਿੰਦਾ। ਜਦੋਂ ਭਗਤ ਕਬੀਰ ਨੇ ਇੰਨੀ ਗੱਲ ਸੁਣੀ ਨਾ, ਹੈਰਾਨ ਰਹਿ ਗਿਆ। ਕਹਿੰਦਾ ਦੁਨੀਆ ਦੇ ਲੋਕੋ, ਇੱਥੇ ਤੱਕ ਸਾਰੇ ਲੋਕ ਕਬੀਰ ਕਬੀਰ ਕਹਿੰਦੇ ਨੇ। ਸਾਧ ਸੰਗਤ ਭਗਤ ਕਬੀਰ ਜੀ ਕਹਿਣ ਲੱਗੇ, ਕਹਿੰਦਾ ਫਿਰ ਇਸ ਤਰ੍ਹਾਂ ਕਰ, ਜੇ ਤਾਂ ਕਬੀਰ ਕੋਲੋਂ ਕੱਪੜਾ ਲੈਣਾ ਹੈ, ਕਹਿੰਦਾ ਫੇਰ ਤਾਂ ਉਹਦੇ ਕੋਲੇ ਵਗ ਜੀ, ਪਰ ਖਿਆਲ ਰੱਖੀ, ਕਹਿੰਦਾ ਘਰੇ ਮਾਂ ਦਾ ਸੁਭਾਅ ਬੜਾ ਕੌੜਾ ਹੈ। ਇਹ ਨਹੀਂ ਪਤਾ ਜਾਂਦੇ ਦੀ ਡੰਡੇ ਹੀ ਪੈ ਜਾਣ, ਮਾਂ ਕਹੇ ਵੀ ਪਹਿਲਾਂ ਉਹ ਲੁੱਟ ਕੇ ਖਾ ਗਿਆ, ਸਾਧੂਆਂ ਨੂੰ ਸਾਰੀ ਕਮਾਈ ਖੜਾ ਤੀ, ਹੁਣ ਹੋਰ ਆ ਗਿਆ ਮੰਗਣ। ਮੇਰੀ ਮਾਂ ਦਾ ਸੁਭਾਅ ਕੌੜਾ ਹੈ, ਮਾਂ ਤੋਂ ਬਚ ਕੇ ਜਾਈ, ਬਗਤਾ ਜਾਈ। ਕਬੀਰ ਨੇ ਕਹਿਣਾ ਕੀਤਾ, ਕਹਿੰਦਾ ਕਿੰਨਾ ਕੁ ਕੱਪੜਾ ਚਾਹੀਦਾ? ਉਹ ਕਹਿੰਦਾ ਬਸ ਆ ਸਰੀਰ ਦਾ ਤਨ ਢੱਕਣਾ, ਚੋਲੇ ਜੋਗਾ ਕੁ ਚਾਹੀਦਾ। ਕਬੀਰ ਨੇ ਮੋਢੇ ਤੋਂ ਥਾਨ ਲਾਇਆ, ਮਿਣ ਕੇ ਕੱਪੜਾ ਪਾੜ ਕੇ ਦਿੱਤਾ, ਕਹਿੰਦਾ ਚੱਕ। ਉਹ ਸਾਧੂ ਕਹਿਣ ਲੱਗੇ ਆ, ਕਹਿੰਦਾ ਫਿਰ ਕੱਲੇ ਝੱਗੇ ਨਾਲ ਤਾਂ ਨਹੀਂ ਸਰਨਾ, ਕਹਿੰਦਾ ਧੋਤੀ ਵੀ ਚਾਹੀਦੀ ਹੈ, ਉਹ ਸਿਰ 'ਤੇ ਮੜੇਸ ਮਾਰਨ ਵਾਸਤੇ ਸਿਰ 'ਤੇ ਵੀ ਚਾਹੀਦਾ ਹੈ। ਕਬੀਰ ਕਹਿੰਦਾ ਫਿਰ ਇੰਨਾ ਕੁ ਦਾ ਸਾਰਾ ਹੀ ਕੱਪੜਾ ਮੇਰੇ ਕੋਲੇ, ਲਾ ਕੇ ਮੋਢੇ ਤੋਂ ਸਾਰਾ ਹੀ ਥਾਨ ਉਹਨੂੰ ਦੇ ਦਿੱਤਾ। ਹੁਣ ਜਦ ਕਬੀਰ ਅੱਗੇ ਨੂੰ ਤੁਰਿਆ, ਸਾਧ ਸੰਗਤ ਕੀ ਦੇਖਦਾ ਹੈ? ਜੇਬ ਦੇ ਵਿੱਚ ਇੱਕ ਵੱਡੀ ਸਾਰੀ ਲਿਸਟ ਪਾਈ ਆ, ਉਹ ਕੱਢ ਲਈ। ਕਹਿੰਦਾ ਮਾਂ ਨੇ ਆਹ ਲਿਸਟ ਦਿੱਤੀ ਸੀ ਵੀ ਇੰਨੇ ਸੌਦੇ ਲਿਆਈ। ਕਹਿੰਦਾ ਕੱਪੜਾ ਦਾ ਸਾਰਾ ਕਹਿੰਦਾ ਦਾਨ ਦੇ ਦਿੱਤਾ। ਕਹਿੰਦਾ ਹੁਣ ਸੌਦੇ ਕਿੱਥੋਂ ਆਉਣਗੇ? ਘਰੇ ਜਾਊਂਗਾ ਕੁੰਡਾ ਖੜਕੂਗਾ ਹੀ ਖੜਕੂਗਾ। ਘਰੇ ਬੇਟੀ ਦਾ ਵਿਆਹ ਏ, ਫਿਕਰ ਵੀ ਆ ਘਰ ਦਾ, ਘਰ ਦੇ ਵਿੱਚ ਸੌਦੇ ਵੀ ਨਹੀਂ, ਮਾਇਆ ਵੀ ਨਹੀਂ, ਜਿਹੜਾ ਕੱਪੜਾ ਸੀ ਉਹ ਵੀ ਦੇ ਦਿੱਤਾ। ਕਹਿੰਦਾ ਫਿਰ ਹੁਣ ਕੀ ਕਰੀਏ? ਜਾ ਕੇ ਝਾੜੀਆਂ ਵੱਲ ਨੂੰ ਵਗ ਗਿਆ, ਪਰੇ ਨੂੰ ਜਾ ਕੇ ਲੁੱਕ ਕੇ ਬਹਿ ਗਏ ਆ। ਕਹਿੰਦਾ ਇਸ ਤਰ੍ਹਾਂ ਕਰਦੇ ਆ, 2-3 ਦਿਨ ਇੱਥੇ ਹੀ ਬਹਿ ਜਾਂਦੇ ਆ, ਝਾੜੀਆਂ 'ਚ ਰੱਬ ਦਾ ਨਾਮ ਜਪਾਂਗੇ, ਇੰਨੇ ਦਿਨ ਨੂੰ ਵਿਆਹ ਲੰਘ ਜੂ ਆਪੇ, ਰਿਸ਼ਤੇਦਾਰ ਕਹਿੰਦਾ ਆ ਕੇ ਮੁੜ ਜਾਣਗੇ। ਬਾਅਦ 'ਚ 4 ਲੋਕਾਂ ਦੀਆਂ ਗੱਲਾਂ ਨੇ, ਉਹ ਵੀ ਸੁਣ ਲਾਂਗੇ। ਗੱਲਾਂ ਤਾਂ ਕਰਨੀ ਹੁੰਦੀਆਂ ਨੇ ਨਾ ਲੋਕਾਂ ਨੇ। ਜੇ ਅਸੀਂ ਘਰ ਦੇ ਵਿੱਚ ਖੂਬ ਮਠਿਆਈਆਂ ਬਣਾ ਲਓ, ਜਿੰਨੇ ਮਰਜ਼ੀ ਖਿਲਾ ਦਿਓ, ਰਿਸ਼ਤੇਦਾਰ ਖਾ ਜਾਣ ਲੱਗੇ, ਫੇਰ ਵੀ ਉਹਨਾਂ ਨੇ ਤਾਂ ਗੱਲਾਂ ਕਰਨੀਆਂ ਹੀ ਕਰਨੀਆਂ ਨੇ। ਕੋਈ ਕਹੂਗਾ ਇਹ ਕਿੱਥੋਂ ਆ ਗਈ ਇੰਨੀ ਮਠਿਆਈ, ਇਹ ਤਾਂ ਭੁੱਖੇ ਮਰਦੇ ਤੇ ਇਹਨਾਂ ਨੇ ਖਰਚਾ ਹੀ ਬਹੁਤ ਕਰ ਲਿਆ। ਕੋਈ ਕਹੂਗਾ ਇਹ ਤਾਂ ਪੈਸੇ ਵਾਲੇ ਨੇ, ਇਹਨਾਂ ਕੋਲ ਤਾਂ 2 ਨੰਬਰ ਆ ਗਿਆ ਜੀ, 3 ਨੰਬਰ ਆ ਗਿਆ, ਪਤਾ ਨਹੀਂ ਕੀ ਕੀ ਕਹਿਣਗੇ। ਲੋਕਾਂ ਨੇ ਗੱਲਾਂ ਕਰਨੀਆਂ ਹੀ ਨੇ, ਜਿੰਨਾ ਮਰਜ਼ੀ ਖਿਲਾ ਦਿਓ। ਘੱਟ ਖਾ ਕੇ ਜਾਏਂਗੇ, ਉਹ ਕਹਿਣਗੇ ਏਡੇ ਵੱਡੀ ਕੋਠੀ ਵਾਲੇ ਤੇ ਕੁਝ ਨਹੀਂ ਕਰਿਆ, ਫੇਰ ਵੀ ਗੱਲਾਂ ਕਰਨੀਆਂ ਨੇ। ਜਵਾਨੇ ਦਾ ਕੰਮ ਹੈ, ਦੁਨੀਆ ਦਾ ਕੰਮ ਹੈ। ਇਹਨਾਂ ਨੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਨਹੀਂ ਬਖਸ਼ਿਆ। ਔਰ ਹੇਲਸਰ ਦੀ ਮੰਡੀ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ 2 ਘੋੜਿਆਂ ਵੱਟੇ ਹੀ ਵੇਚਤਾ ਇਹਨਾਂ ਲੋਕਾਂ ਨੇ। ਐਸਾ ਹੈ ਸੰਸਾਰ, ਇਹ ਤੋਂ ਤਾਂ ਬਚ ਕੇ ਹੀ ਰਹੇ ਸਾਧ ਸੰਗਤ ਜੀ। ਪਰ ਅਕਾਲ ਪੁਰਖ ਮਹਾਰਾਜ ਆਪਣੇ ਸੇਵਕਾਂ ਦੇ ਪਰਦੇ ਢੱਕਦਾ, ਆਪਣੇ ਸੇਵਕਾਂ ਦੇ। ਸਾਧ ਸੰਗਤ ਮਾਂ ਨੇ ਕਹਿ ਕੇ ਤੋਰਿਆ, ਇੰਨਾ ਸੌਦਾ ਵਿਆਹ ਵਾਸਤੇ ਲੈ ਕੇ ਆਈ, ਆ ਪੁੱਤਰੀ ਵਾਸਤੇ ਕਮਾਲੀ ਜੀ ਦਾ ਵਿਆਹ ਰੱਖਿਆ, ਵਧੀਆ ਜੋੜਾ ਲੈ ਕੇ ਆਈ, ਉਹਦੇ ਵਾਸਤੇ ਰੇਸ਼ਮੀ ਸੂਟ ਲੈ ਕੇ ਆਈ। ਕਬੀਰਾ ਆ ਤੇਰੇ ਗਲ ਦੇ ਵਿੱਚ ਬਹੁਤ ਦਿਨ ਹੋ ਗਏ ਸੜਿਆ ਜਾਂ ਚੋਲਾ ਪਾਇਆ ਹੋਇਆ, ਕੱਲ੍ਹ ਨੂੰ ਬਰਾਤ ਆਊ, ਰਿਸ਼ਤੇਦਾਰ ਕੀ ਕਹਿਣਗੇ? ਇੰਨੇ ਸੜੇ ਕੱਪੜੇ ਨੇ, ਕੋਈ ਰੇਸ਼ਮੀ ਵਧੀਆ ਚੋਲਾ ਲੈ ਲਈ ਸਰੀਰ ਵਾਸਤੇ। ਸਭ ਕੁਝ ਮਾਂ ਨੇ ਸਮਝਾ ਕੇ ਭੇਜਿਆ। ਕਹਿੰਦਾ ਮਨਾ, ਹੁਣ ਤਾਂ ਸਾਰੇ ਸੁਪਨੇ ਚੂਰ ਹੋ ਗਏ, ਹੁਣ ਕੀ ਹੋਊਗਾ? ਕੱਪੜਾ ਵੀ ਨਹੀਂ, ਪੈਸਾ ਵੀ ਨਹੀਂ ਕੋਲ, ਕੱਪੜੇ ਕਿੱਥੋਂ ਆਉਣਗੇ? ਕਿੱਥੋਂ ਆਊਗਾ ਧੀ ਦਾ ਚੂੜਾ? ਕਿੱਥੋਂ ਆਊਗਾ ਧੀ ਦਾ ਜੋੜਾ? ਧੀ ਵਾਲੇ ਨੂੰ ਫਿਕਰ ਪੈਂਦਾ ਹੈ ਜਦੋਂ ਘਰ ਦੇ ਵਿੱਚ ਵਿਆਹ ਰੱਖਿਆ ਹੁੰਦਾ ਹੈ। ਸਾਧ ਸੰਗਤ
बड़ा फिक्र किया, पर उधर अकाल पुरख महाराज जिहड़ा साधु का रूप धार के आया सी ना, अज फिर उन्हें अपने भगत दी अपने प्यारे नूं कसवट्टी ते ला के पूरा परख के देख लिया। साध संगत फिर अपना रूप धार लिया कबीर वाला। अकाल पुरख महाराज ने गड्ढा भर लिया। ਉਹਦੇ वास्ते की गड्ढा किड्डी की गल है, ਉਹਦੇ वास्ते छोटी जी है। वो तो क्यों बड़ियां दातां वाला है ना, जेवड़ आप तेवड़ तेरी दर, जड्डा वड्डा आप है, उड्डियां उड्डियां ਉਹਦੀਆਂ दातां ने। गड्ढा ਉਹਦੇ वास्ते की है, एक पाई है, एक पाइया है, ਉਹਦੇ वास्ते गड्ढा तो सारा ही। साध संगत गड्ढा भर लिया समान का, बेटी वास्ते वधिया महंगा चूड़ा ले लिया, ਜਿਹੜੇ राजे महाराजियां ਦੀਆਂ ਧੀਆਂ ਪਹਿਨਦੀਆਂ ਨੇ, ਜਿਹੜੀਆਂ राजे महाराजा ਦੀਆਂ ਧੀਆਂ ਜੋੜਾ ਪਾਉਂਦੀਆਂ ਨੇ, ਉਹ ਲੈ ਲਿਆ। महंगे जरी दे सोने ਦੀਆਂ ਤਾਰਾਂ ਕੱਢੇ ਹੋਏ सूट ਲੈ ਲਏ। ਹੁਣ ਮਾਂ ਨੇ ਕਿਹਾ ਜੀ, ਕਹਿੰਦੀ ਕਬੀਰਾ ਆਪਦੇ ਵਾਸਤੇ ਵੀ ਕੁਝ ਚੰਗਾ ਲੈ ਲਈ। ਹੁਣ ਆਪਦੇ ਵਾਸਤੇ ਵੀ ਭਗਵੇਂ ਰੰਗ ਦਾ ਸਲੀਨ ਦਾ ਚੋਲਾ ਲੈ ਲਿਆ, ਜਿਹੋ ਜਿਹਾ ਮਾਂ ਕਹਿੰਦੀ ਸੀ, ਕੀਮਤੀ। ਕਿਉਂ? ਜਿਹੜਾ ਅਕਾਲ ਪੁਰਖ ਮਹਾਰਾਜ ਹੈ, ਜਿਹੜਾ ਬੰਦਾ ਉਹਦੇ ਦਰ ਦੇ ਉੱਤੇ ਅਰਦਾਸ ਬੇਨਤੀ ਕਰਦਾ ਨੀਵਾਂ ਹੋ ਕੇ, ਫਿਰ ਮਹਾਰਾਜ ਉਹਦੀਆਂ ਅਰਦਾਸਾਂ ਬੇਨਤੀਆਂ ਨੂੰ ਸੁਣਦਾ ਹੈ। ਜਿਹਦੇ ਹਿਰਦੇ ਦੇ ਵਿੱਚ ਗਰੀਬੀ ਵਸ ਜਾਵੇ, ਉਹ ਫਿਰ ਉਹਨਾਂ ਦੇ ਕਾਰਜ ਸਵਾਰ ਦਿੰਦਾ ਮਹਾਰਾਜ ਜੀ। मेरा सतगुर जार गरीबां दा, मेरा सतगुर जार गरीबां दा, सतगुर यार गरीबां दा, मेरा सतगुर यार गरीबां दा, मेरा सतगुर जार गरीबां दा, मेरा सतगुर जार गरीबां दा, मेरा सतगुर यार गरीबां दा, मेरा सतगुर यार गरीबां दा। देख लवो अजमा के, देख लवो अजमा के, मेरा सतगुर यार गरीबां दा, मेरा सतगुर यार गरीबां दा। देख लवो अजमा के, मेरा सतगुर यार गरीबां दा, मेरा सतगुर यार गरीबां दा। मेरा सतगुर नानक जार गरीबां दा। कोई एक बारी परत्या के देखो, अजमा के देखो ਉਹਨੂੰ, मन ਦੇ ਵਿੱਚ ਗਰੀਬੀ ਲੈ ਕੇ ਅਰਦਾਸ ਬੇਨਤੀ ਕਰੋ ਅਕਾਲ ਪੁਰਖ ਮਹਾਰਾਜ ਦੇ ਚਰਨਾਂ 'ਚ। ਹੁਣ ਕਬੀਰ ਵਾਲਾ ਰੂਪ ਧਾਰ ਲਿਆ, ਗੱਡਾ ਭਰ ਲਿਆ ਸਮਾਨ ਦਾ, ਭਰ ਕੇ ਆਵਾਜ਼ਾਂ ਮਾਰਦਾ, ਗੇਟ ਅੱਗੇ ਆ ਗਿਆ। ਮਾਂ ਨੂੰ ਆਵਾਜ਼ਾਂ, ਮਾਂ ਆ ਤੇਰਾ ਕਬੀਰ ਸੌਦਾ ਲੈ ਕੇ ਆ ਗਿਆ। ਜਦੋਂ ਮਾਂ ਨੇ ਦੇਖਿਆ ਗੱਡਾ ਬਹੁਤ ਵੱਡਾ ਰਾਸ਼ਨ ਦਾ ਸਮਾਨ ਦਾ ਭਰਿਆ ਹੋਇਆ, ਉੱਤੇ ਕਬੀਰ ਬੈਠਾ। ਮਾਂ ਹੈਰਾਨ ਹੈ, ਕਹਿੰਦੀ ਇੰਨਾ ਦਾ ਮਹਿੰਗਾ ਕੱਪੜਾ ਹੋ ਨਹੀਂ ਸਕਦਾ ਵੀ ਜਿਹੜਾ ਇੰਨਾ ਸਮਾਨ ਲੈ ਆਇਆ। ਉਹ ਪੁੱਛਦੀ ਹੈ ਮਾਂ, ਕਹਿੰਦੀ ਕਬੀਰਾ ਇਹ ਸਮਾਨ ਆਪਣਾ ਹੀ ਹੈ? ਕਹਿੰਦਾ ਮਾਂ ਆਪਣਾ ਹੀ ਹੈ। ਕਹਿੰਦੀ ਇੰਨਾ ਸਮਾਨ? ਕਹਿੰਦਾ ਹਾਂ, ਤੂੰ ਪਹਿਲਾਂ ਸਮਾਨ ਚੱਕ ਕੇ ਅੰਦਰ ਰੱਖ। ਸਾਧ ਸੰਗਤ ਜੀ, ਹੁਣ ਅੰਦਰ ਸਮਾਨ ਰੱਖਣ ਲੱਗ ਗਿਆ ਜਿਹੜਾ ਆਪਾਂ ਵਿਆਹ ਵਾਸਤੇ ਲੈ ਕੇ ਆਉਨੇ ਆ, ਧੀ ਦੇ ਵਿਆਹ ਵਾਸਤੇ। ਸਾਰਾ ਸਮਾਨ, ਮਠਿਆਈਆਂ ਪਤਾ ਨਹੀਂ ਕਿੰਨੀ ਪ੍ਰਕਾਰ ਦੀਆਂ। ਕਿਉਂ? ਅਕਾਲ ਪੁਰਖ ਦੇ ਦਰ 'ਤੇ ਕਿਹੜਾ ਕਿਸੇ ਚੀਜ਼ ਦਾ ਘੱਟ ਹੈ। ਉਹ ਤਾਂ ਆਪ ਹਲਵਾਈ ਆ, ਸਾਰੀਆਂ ਮਠਿਆਈਆਂ ਬਣਾਉਣ ਜਾਣਦਾ, ਮਿੰਟਾਂ ਵਿੱਚ ਬਣਾਉਂਦਾ, ਮਿੰਟਾਂ ਵਿੱਚ ਢਾ ਦਿੰਦਾ। ਮਾਲਕ ਹੈ, ਉਹ ਤਾਂ ਬੜੀ ਪਾਵਰ ਦਾ ਮਾਲਕ ਹੈ। ਸਾਧ ਸੰਗਤ, ਭਗਤ ਕਬੀਰ ਕਹਿਣ ਲੱਗਿਆ, ਕਹਿੰਦਾ ਮਾਂ ਚੱਕ ਚੱਕ ਕੇ ਅੰਦਰ ਰੱਖ। ਹੁਣ ਮਾਂ ਅੰਦਰ ਤਾਂ ਰੱਖੀ ਜਾਂਦੀ ਆ, ਪੁੱਛਦੀ ਹੈ, ਕਹਿੰਦੀ ਕਬੀਰਾ ਇਹ ਇੰਨਾ ਪੈਸਾ ਕਿੱਥੋਂ ਆਇਆ ਤੇਰੇ ਕੋਲੇ? ਕਹਿੰਦਾ ਮਾਂ ਸ਼ੱਕ ਨਹੀਂ ਕਰੀਂਦੀ, ਜਿਹੜਾ ਤੈਂ ਮੈਨੂੰ ਥਾਨ ਦਿੱਤਾ ਸੀ ਨਾ, ਉਹ ਕਿਸੇ ਬਹੁਤ ਵੱਡੇ ਸਾਹੂਕਾਰ ਨੇ ਖਰੀਦ ਲਿਆ। ਬਹੁਤ ਵੱਡਾ ਸਾਹੂਕਾਰ ਕੌਣ ਹੈ? ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠੇ ਆ ਸੋਹੀ ਹੈ, ਸਭਨਾਂ ਦਾ ਵੇਸਾਹੋ। ਇਹ ਪਾਤਸ਼ਾਹ ਸ਼ਾਹਾਂ ਦਾ ਵੀ ਪਾਤਸ਼ਾਹ ਹੈ, ਇਹ ਸੇਠਾਂ ਦਾ ਵੀ ਸੇਠ ਹੈ, ਇਹ ਸਾਰੀ ਦੁਨੀਆ ਨੂੰ ਦੇਣ ਵਾਲਾ ਹੈ। ਸਾਡਾ ਸਾਹ, ਸਾਡਾ ਜਿਹੜਾ ਆੜਤੀਆ ਹੋਊਗਾ 2 ਨੂੰ ਦੇ ਦੂ, 4 ਨੂੰ ਦੇ ਦੂ, ਇਹ ਤਾਂ ਸਾਰੀ ਦੁਨੀਆ ਨੂੰ ਦੇਣ ਵਾਲਾ ਹੈ, ਸਾਰੀ ਜੀਤ।
ਸੈਲ ਪੱਥਰ ਮੈਂ ਜਨ ਤੋਂ ਪਾਏ, ਤਾਂ ਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਇਹ ਤਾਂ ਪੱਥਰਾਂ 'ਤੇ ਬੈਠੇ ਕੀੜਿਆਂ ਨੂੰ ਵੀ ਦੇਣ ਵਾਲਾ ਹੈ। ਸਾਧ ਸੰਗਤ ਗੱਡਾ ਲਾਣ ਲੱਗੇ ਸਮਾਨ ਦਾ, ਸਾਰਾ ਕਬੀਰ ਦਾ ਘਰ ਸੀ ਜਿਹੜਾ ਸਾਰਾ ਹੀ ਭਰ ਗਿਆ ਰਸਣ ਦੇ ਨਾਲ। ਮਾਂ ਕਹਿੰਦੀ ਕਬੀਰਾ ਬੇਟੀ ਦਾ ਜੋੜਾ ਜਦੋਂ ਕੱਢ ਕੇ ਦਿਖਾਇਆ ਨਾ, ਪੈਰਾਂ ਦਾ ਜੋੜਾ ਅਤੇ ਚੂੜਾ, ਮਾਂ ਹੈਰਾਨ ਰਹਿ ਗਈ। ਪੁੱਤਰਾ ਇਹ ਤਾਂ ਰਾਜੇ ਮਹਾਰਾਜੇ ਵਾਲਾ ਬਹੁਤ ਮਹਿੰਗਾ ਆਇਆ ਹੋਣਾ ਹੈ। ਮਾਂ ਕੀ ਕਰਾਂ, ਸੇਠ ਨੇ ਕੱਪੜਾ ਹੀ ਬਹੁਤ ਮਹਿੰਗਾ ਖਰੀਦਿਆ ਜਿਹੜਾ ਦਿੱਤਾ ਸੀ। ਉਹ ਥਾਨ ਬਹੁਤ ਬੜਾ ਸੇਠ ਜੀ ਨੇ ਖਰੀਦਿਆ। ਪੁੱਤਰਾ ਮੈਨੂੰ ਤੇਰੀ ਗੱਲ 'ਤੇ ਯਕੀਨ ਨਹੀਂ ਆਉਂਦਾ। ਕਹਿੰਦਾ ਮਾਂ ਕਾਂਵਲੀਆਂ ਗੱਲਾਂ ਨਹੀਂ ਕਰੀਦੀਆਂ, ਯਕੀਨ ਰੱਖ। ਉਹ ਪਰਮਾਤਮਾ 'ਤੇ ਯਕੀਨ ਰੱਖਣਾ ਪੈਂਦਾ ਹੈ, ਭਰੋਸਾ ਬਣਾਉਣਾ ਪੈਂਦਾ ਹੈ। ਸਾਧ ਸੰਗਤ ਫਿਰ ਸਾਰਾ ਸਮਾਨ ਰੱਖ ਲਿਆ। ਮਾਂ ਵੀ ਹੈਰਾਨ ਆ। ਮਾਂ ਬਾਰ-ਬਾਰ ਪੁੱਛਦੀ ਆ ਕਬੀਰਾ ਮੈਨੂੰ ਦੱਸ ਪੁੱਤਰਾ, ਕਿਸੇ ਤੋਂ ਕਰਜ਼ਾ ਤਾਂ ਨਹੀਂ ਚੱਕ ਲਿਆ? ਤੂੰ ਕਿਸੇ ਤੋਂ ਪੈਸੇ ਉਧਾਰ ਲਏ ਹੋਣਗੇ? ਇੰਨਾ ਸਮਾਨ ਕਿੱਥੋਂ ਆ ਗਿਆ? ਇੰਨਾ ਮਹਿੰਗਾ ਦਾ ਕੱਪੜਾ ਵਿਕਿਆ ਨਹੀਂ ਹੋਣਾ। ਮਾਂ ਨੂੰ ਪਤਾ ਹੈ ਵੀ ਕੱਪੜਾ ਕਿੰਨੇ ਕੁ ਦਾ ਵਿਕਦਾ ਹੈ। ਮਾਂ ਬਾਰ-ਬਾਰ ਸਵਾਲ ਕਰਦੀ ਆ। ਪ੍ਰੀਤ ਕਬੀਰ ਫੇਰ ਟਾਲ ਦਿੰਦਾ, ਹੋਰ ਪਾਸੇ ਨੂੰ ਟਾਲ ਦਿੰਦਾ ਗੱਲਾਂ ਬਾਤਾਂ 'ਚ। ਸਾਧ ਸੰਗਤ ਅੱਜ ਉਹ ਦਿਨ ਆ ਗਏ ਆ ਜਿਹੜੇ ਦਿਨ ਭਗਤ ਕਬੀਰ ਦੀ ਬੇਟੀ ਕਮਾਲੀ ਦੀ ਬਰਾਤ ਆਉਣੀ ਹੈ, ਬਰਾਤ ਵਾਲਾ ਦਿਨ। ਸਾਧ ਸੰਗਤ ਹੁਣ ਚਾਰੇ ਪਾਸੇ ਪਤਾ ਨਹੀਂ ਕਿਵੇਂ ਚਾਰੇ ਪਾਸੇ ਟੈਂਟ ਸਾਇਆਮਾਨਾ ਵੀ ਲਾ ਦਿੱਤਾ, ਜਿਹੜਾ ਉਸ ਹਿਸਾਬ ਦੇ ਨਾਲ ਲੱਗਦਾ ਸੀ ਉਹਨਾਂ ਦਿਨਾਂ 'ਚ। ਉਹ ਸਾਇਆਮਾਨਾ ਫਿੱਟ ਹੋ ਗਏ, ਮਠਿਆਈਆਂ ਲੱਗ ਗਈਆਂ, ਰਿਸ਼ਤੇਦਾਰ ਆ ਗਏ, ਬਰਾਤ ਆ ਗਈ। ਹੁਣ ਸਾਧ ਸੰਗਤ ਜੀ ਬਰਾਤ ਦੇ ਅੱਗੇ ਭਾਂਤ ਭਾਂਤੀ ਮਠਿਆਈ ਰੱਖੀ ਜਾ ਰਹੀ ਹੈ। ਮਾਂ ਫੇਰ ਪੁੱਛ ਲੈਂਦੀ ਹੈ ਕਬੀਰਾ ਇਹ ਇੰਨਾ ਪੈਸਾ ਕਿੱਥੋਂ ਆ ਗਿਆ ਤੇਰੇ ਕੋਲੇ? ਇਹ ਤਾਂ ਬੜੇ ਬੜੇ ਸਾਹੂਕਾਰ ਰਾਜੇ ਮਹਾਰਾਜੇ ਨੇ ਜਿਹੜੇ ਉਹ ਕਰਦੇ ਨੇ ਵਿਆਹ ਇਹੋ ਯਤਨ। ਕਹਿੰਦਾ ਨਹੀਂ ਮਾਂ, ਅੱਜ ਪਰਮਾਤਮਾ ਖੁਸ਼ ਆ ਆਪਣੇ ਤੇ, ਅੱਜ ਆਪਣਾ ਉਹਨੂੰ ਵੀ ਸਾਹੂਕਾਰਾਂ ਵਾਂਗ ਅੱਜ ਆਪਾਂ ਨੇ ਵਿਆਹ ਕਰਨਾ ਹੈ। ਉਹ ਪੁੱਤਰਾ ਕਿੱਥੋਂ ਪੈਸੇ ਫੜ ਲਏ, ਕਿਹਦਾ ਕਰਜ਼ਾ ਲਿਆ? ਬੜੀਆਂ ਗੱਲਾਂ ਸਿਖਾਈਆਂ ਪਰ ਕੋਈ ਸਾਧ ਸੰਗਤ ਰਾਵਾ ਢੋਈ ਨਾ ਦਿੱਤੀ ਮਾਂ ਨੂੰ। ਅਖੀਰ ਨੂੰ ਜਦੋਂ ਲੱਗੇ ਨਾ ਬਰਾਤ ਨੂੰ ਬਿਠਾ ਕੇ ਪੰਗਤਾਂ ਵਿੱਚ, ਕਿਉਂ ਪਹਿਲਾਂ ਸਮਿਆਂ ਦੇ ਵਿੱਚ ਥੱਲੇ ਤੱਪੜ ਬਿਠਾ ਕੇ ਬਰਾਤਾਂ ਨੂੰ ਬਿਠਾਉਂਦੇ ਸੀ, ਲੰਗਰ ਪਾਣੀ ਛਕਾਉਣਾ, ਆ ਬੰਚ ਵਾਲਾ ਦਾ ਕੰਮ ਹੁਣ ਆ ਗਿਆ, ਪਹਿਲਾਂ ਨਹੀਂ ਸੀ ਸਾਧ ਸੰਗਤ। ਇਹ ਬਾਹਲੇ ਜ਼ਿਆਦਾ ਸਮੇਂ ਦੀ ਨਹੀਂ, ਇਹ ਤਾਂ 40-50 ਸਾਲ ਦੀ ਉਹ ਗੱਲ ਹੈ ਸਾਰੀ। ਉਹ ਤਾਂ ਬਰਾਤ ਆ ਗਈ, ਬਰਾਤ ਨੂੰ ਬਿਠਾ ਕੇ ਜਦੋਂ ਲੰਗਰ ਛਕਾਉਣ, ਫਰੀਦ ਕੀ ਕਰਦਾ, ਉਹ ਬਰਾਤ ਦੀਆਂ ਜੂਠੀਆਂ ਪੱਤਲਾਂ ਚੱਕ ਕੇ ਇਕੱਠੀਆਂ ਕਰਕੇ ਧੋਣ ਲੱਗ ਪਿਆ। ਮਾਂ ਨੇ ਬਾਂਹ ਤੋਂ ਫੜ ਲਿਆ। ਉਹ ਕਬੀਰਾ ਆ ਤੇਰੇ ਕਿੰਨਾ ਸੋਹਣਾ ਸਲੀਨ ਦਾ ਪਾਇਆ ਹੋਇਆ ਚੋਲਾ ਕਿੰਨਾ ਸੋਹਣਾ ਜੱਚਦਾ। ਰਿਸ਼ਤੇਦਾਰ ਆ ਬਰਾਤ ਵਾਲੇ ਸਾਰੇ ਦੇਖ ਕੇ ਖੁਸ਼ ਨੇ, ਲੜਕੀ ਦਾ ਬਾਪ ਹੈ, ਪਰ ਤੂੰ ਜੂਠੇ ਭਾਂਡੇ ਚੱਕਦਾ ਫਿਰਦਾ, ਪੱਤਲਾਂ ਚੱਕਦਾ ਫਿਰਦਾ। ਕਹਿੰਦਾ ਮਾਂ ਮੈਨੂੰ ਸੇਵਾ ਕਰ ਲੈਣ ਦੇ, ਮਾਂ ਸੇਵਾ ਕਰ ਲੈਣ ਦੇ, ਇਹਦੇ ਨਾਲ ਸਾਰਾ ਕੁਝ ਹੈ। ਸੇਵਾ 'ਚ ਮੈਨੂੰ ਤਾਂ ਮਸਾਂ ਮੌਕਾ ਮਿਲਿਆ ਸੇਵਾ ਕਰਨ ਦਾ। ਸਾਧ ਸੰਗਤ ਜਦੋਂ ਅਕਾਲ ਪੁਰਖ ਖੁਸ਼ ਹੋ ਜਾਂਦਾ ਨਾ, ਫਿਰ ਆਪਣੇ ਸੇਵਕਾਂ ਦੇ ਘਰੇ ਆ ਕੇ ਜੂਠੇ ਬਰਤਨ ਵੀ ਚੱਕਦਾ ਹੈ। ਉਹ ਚੱਕਦਾ ਹੈ, ਜੂਠੇ ਬਰਤਨ ਸਾਫ਼ ਕਰਦਾ ਹੈ, ਝਾੜੂ ਲਾਉਂਦਾ, ਪੋਚਾ ਲਾਉਂਦਾ। ਭਗਤ ਤਰਲੋਚਨ ਜੀ ਦੇ ਘਰੇ ਪਰਮਾਤਮਾ ਆਪ ਆ ਗਿਆ ਸੀ ਨੌਕਰ ਬਣ ਕੇ, ਸਾਰਾ ਘਰ ਦਾ ਕੰਮਕਾਰ ਕਰਿਆ ਕਰੇ ਸਾਰਾ। ਭਗਤ ਧੰਨਾ ਜੀ ਦੇ ਘਰ ਵਿੱਚ ਨੌਕਰ ਬਣ ਕੇ ਰਿਹਾ, ਨੱਕੇ ਵੀ ਸੜਦਾ ਰਿਹਾ, ਹਲ ਵੀ ਵਾਹੁੰਦਾ ਰਿਹਾ। ਜਦੋਂ ਗੁਰੂ ਖੁਸ਼ ਹੋ ਜਾਂਦਾ ਨਾ, ਫਿਰ ਆਪਣਾ ਦੇ ਕਾਰਜ ਸੇਵਕਾਂ ਦੇ ਆਪ ਸੰਵਾਰਦਾ, ਫਿਰ ਉਹ ਪਰਵਾਹ ਨਹੀਂ ਕਰਦਾ। ਅੱਜ ਭਗਤ ਕਬੀਰ ਬਣਿਆ ਪਰਮਾਤਮਾ, ਪੱਤਲਾਂ ਚੁੱਕਦਾ। ਮਾਂ ਕਹਿੰਦੀ ਪੁੱਤਰਾ ਵਧੀਆ ਨਹੀਂ ਲੱਗਦਾ, ਕਹਿੰਦਾ ਮਾਂ ਕਰ ਲੈਣ ਦੇ ਸੇਵਾ। ਬਾਂਹ ਛਡਾ ਕੇ ਫੇਰ ਵਗ ਗਿਆ, ਫੇਰ ਜਾ ਕੇ ਪੱਤਲਾ ਚੱਕਣ ਲੱਗ ਪਿਆ। ਸਾਧ ਸੰਗਤ ਹੁਣ ਸਾਰਾ ਦਿਨ ਲੰਘਿਆ, ਸਾਰੇ ਕਾਰਜ ਵਿਹਾਰ ਵਧੀਆ ਹੋ ਗਏ। ਫਿਰ ਕਹਿੰਦੇ ਜਦੋਂ ਬਰਾਤ ਵਾਪਸ ਮੁੜੀ, ਡੋਲੀ ਵਿਦਾ ਕਰ ਦਿੱਤੀ ਕਬੀਰ ਦੀ ਬੇਟੀ ਦੀ, ਚਾਵਾਂ ਦੇ ਨਾਲ ਸਾਰੇ ਰਿਸ਼ਤੇਦਾਰ ਵੀ ਤੁਰ ਗਏ, ਭਾਂਡੇ ਵੀ ਸਾਂਭ ਲਏ। ਮਾਂ ਨੇ ਕਬੀਰ ਨੂੰ ਫੇਰ ਬਾਂਹ ਤੋਂ ਫੜ ਲਿਆ, ਫੜ ਕੇ ਕਮਰੇ 'ਚ ਲੈ ਗਈ। ਕਹਿੰਦੀ ਕਬੀਰਾ ਹੁਣ ਦੱਸ, ਕਹਿੰਦੀ ਇੰਨਾ ਕੁਛ ਉਹ ਆ ਦੁਨੀਆ ਦੇ ਲੋਕ ਤੇ ਤੋਂ ਖੁਸ਼ ਹੋ ਕੇ ਗਏ ਨੇ ਸਾਰੇ, ਹੁਣ ਦੱਸ ਫਿਰ
ਪੈਸਾ ਕਿੱਥੋਂ ਆਇਆ? ਉਹੀ ਗੱਲ ਮਾਂ ਫੇਰ ਪੁੱਛਦੀ ਆ ਵਾਰ-ਵਾਰ। ਮਾਂ ਨੂੰ ਕਹਿਣਾ ਲੱਗਿਆ ਕਬੀਰ, ਕਹਿੰਦਾ ਮਾਂ ਇਹ ਪੈਸਾ ਹੈ ਜਿਹੜਾ ਤੂੰ ਮੈਨੂੰ ਕੱਪੜਾ ਦਿੱਤਾ ਉਹੀ ਹੈ? ਕਹਿੰਦੀ ਨਹੀਂ, ਮੈਨੂੰ ਸਹੀ ਸਹੀ ਦੱਸ, ਕੀ ਤੋਂ ਪੈਸਾ ਉਧਾਰ ਫੜਿਆ, ਕੀ ਤੋਂ ਕਰਜ਼ਾ ਲਿਆ, ਕਿੰਨਾ ਲਿਆ? ਪੁੱਤਰਾ ਜੇ ਪੈਸਾ ਫੜਿਆ ਉਹ ਉਤਾਰਨਾ, ਫਿਰ ਮੈਂ ਵੀ ਤੇਰੇ ਨਾਲ ਭਾਗੀਦਾਰ ਹਾਂ, ਮੈਂ ਵੀ ਤੇਰੇ ਨਾਲ ਰਲ ਕੇ ਆਪਾਂ ਸਾਰੇ ਕਰਜ਼ਾ ਲਾ ਦਾਂਗੇ, ਦੱਸ। ਫੇਰ ਟਾਲ ਗਿਆ, ਕਹਿੰਦਾ ਮਾਂ ਮੈਂ ਸਾਰਾ ਦਿਨ ਦਾ ਥੱਕਿਆ, ਮੈਨੂੰ ਸੌਂ ਜਾਣ ਦੇ, ਮੈਨੂੰ ਸੌਂ ਜਾਣ ਦੇ, ਨੀਂਦ ਆਉਂਦੀ ਹੈ, ਸਵੇਰੇ ਉੱਠ ਕੇ ਗੱਲ ਕਰਾਂਗੇ। ਕਬੀਰ ਭਗਤ ਫੇਰ ਕਮਰੇ 'ਚ ਵੜ ਕੇ ਸੌਂ ਗਏ ਆ। ਮਾਂ ਨੂੰ ਲਾਰਾ ਲਾ ਦਿੱਤਾ, ਸਵੇਰੇ ਗੱਲ ਕਰਾਂਗੇ। ਮਾਂ ਨੂੰ ਸਾਰੀ ਰਾਤ ਨੀਂਦ ਨਹੀਂ ਆਈ। ਕਬੀਰ ਨੇ ਕੀ ਤੋਂ ਇੰਨਾ ਪੈਸਾ ਫੜਿਆ ਹੋਣਾ, ਆ ਕਾਰਜ ਕਿਵੇਂ ਕਰਿਆ, ਇੰਨਾ ਅਮੀਰਾਂ ਵਾਲਾ ਰਾਜੇ ਮਹਾਰਾਜਿਆਂ ਵਰਗਾ ਕਾਰਜ ਕਰ ਦਿੱਤਾ, ਬੜਾ ਪੈਸਾ ਸਿਰ ਚੜਾ ਲਿਆ ਹੋਣਾ। ਜਦੋਂ ਸਵੇਰ ਹੋਈ ਸਾਧ ਸੰਗਤ, ਫਿਰ ਮਾਂ ਨੇ ਦੇਖਿਆ, ਕਹਿੰਦੀ ਹੁਣ ਕਰਦੀਆਂ ਗੱਲ ਕਬੀਰ ਨਾਲ। ਜਦੋਂ ਮਾਂ ਗਈ ਕਬੀਰ ਦੇ ਕਮਰੇ ਵਿੱਚ, ਕਬੀਰ ਦਾ ਆਸਣ ਖਾਲੀ ਪਿਆ, ਉੱਥੇ ਹੈ ਹੀ ਨਹੀਂ ਕਬੀਰ। ਤਾਂ ਕਹਿੰਦੀ ਮੇਰੀ ਗੱਲ ਦਾ ਗੁੱਸਾ ਕਰ ਗਿਆ, ਲੱਗਦਾ ਮੈਨੂੰ ਗੁੱਸਾ ਕਰ ਗਿਆ। ਸਾਧ ਸੰਗਤ ਹੁਣ ਪਹਿਚਾਣਿਆ ਕਿਸੇ ਨਹੀਂ, ਰੱਬ ਕਈ ਵਾਰੀ ਸਾਡੇ ਘਰੋਂ ਆ ਕੇ ਮੁੜ ਜਾਂਦਾ, ਅਸੀਂ ਪਹਿਚਾਣਦੇ ਹੀ ਨਹੀਂ, ਉਹਦਾ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਆ ਜਾਵੇ। ਭਗਤ ਨਾਮਦੇਵ ਜੀ ਕੋਲੇ ਕਦੇ ਸ਼ੇਰ ਬਣ ਕੇ ਆ ਜਾ ਕਰੇ, ਕਦੇ ਕੁਝ, ਇੱਕ ਵਾਰੀ ਕੁੱਤਾ ਬਣ ਕੇ ਹੀ ਆ ਗਿਆ। ਲੱਗਿਆ ਰੋਟੀ ਖਾਣ ਕੋਲੋਂ ਰੋਟੀਆਂ ਚੱਕ ਕੇ ਭੱਜ ਗਿਆ ਕੁੱਤਾ ਬਣ ਕੇ। ਭਗਤ ਨਾਮਦੇਵ ਜੀ ਨੇ ਪਹਿਚਾਣ ਲਿਆ, ਦਾਲ ਵਾਲਾ ਕੌਲਾ ਚੱਕ ਲਿਆ, ਕਹਿੰਦਾ ਭਗਵਾਨ, ਕਹਿੰਦਾ ਰੁੱਖੀ ਨਾ ਖਾਈ, ਦਾਲ ਵੀ ਲੈ ਜਾ, ਮਗਰੇ ਭੱਜਿਆ ਭਗਤ ਨਾਮਦੇਵ। ਪਹਿਚਾਣ ਲਿਆ। ਭਗਤ ਨਾਮਦੇਵ ਜੀ ਹਰ ਇੱਕ ਕਣ ਦੇ ਵਿੱਚ ਪਰਮਾਤਮਾ ਨੂੰ ਦੇਖਦੇ ਸੀ, ਹਰ ਇੱਕ ਕਣ ਦੇ ਵਿੱਚ, ਹਰ ਇੱਕ ਇਨਸਾਨ ਜੀਵ ਦੇ ਵਿੱਚ ਉਹਨੂੰ ਪਰਮਾਤਮਾ ਦਿਸਦਾ ਸੀ। ਸਾਧ ਸੰਗਤ ਉਹ ਕਹਿੰਦੇ ਸਾਧੂ ਪਹਿਚਾਣ ਲੈਂਦੇ ਨੇ ਕਈ ਵਾਰ ਪਰਮਾਤਮਾ ਨੂੰ, ਵੀ ਇਹ ਪਰਮਾਤਮਾ ਆਪ ਆਇਆ। ਹੁਣ ਸਾਧ ਸੰਗਤ ਕਬੀਰ ਦੀ ਮਾਂ ਨੇ ਦੇਖਿਆ ਆਸਣ ਖਾਲੀ ਪਿਆ, ਕਬੀਰ ਤਾਂ ਹੈ ਹੀ ਨਹੀਂ, ਕਿੱਧਰ ਵਗ ਗਿਆ? ਮੇਰੇ ਨਾਲ ਗੁੱਸੇ ਹੋ ਗਿਆ, ਲੱਗਦਾ ਰਾਤ ਮੈਂ ਉਹਨੂੰ ਤਾੜਿਆ ਸੀ ਨਾ, ਵੀ ਦੱਸ ਕਿੱਥੋਂ ਆਏ ਨੇ ਪੈਸੇ, ਮੈਨੂੰ ਲੱਗਦਾ ਗੁੱਸੇ ਹੋ ਕੇ ਚਲਿਆ ਗਿਆ। ਇੱਧਰ ਉੱਧਰ ਪੁੱਛਿਆ, ਸਾਧ ਸੰਗਤ ਕਿਸੇ ਪਾਸੇ ਨਾ ਦਿਸਿਆ। ਕਹਿੰਦੀ ਮੈਨੂੰ ਪਤਾ ਹੈ, ਜਦੋਂ ਕਬੀਰ ਮੇਰੇ ਨਾਲ ਗੁੱਸੇ ਹੋ ਜਾਂਦਾ ਨਾ, ਕਹਿੰਦੀ ਮੈਨੂੰ ਪਤਾ, ਕਹਿੰਦੀ ਉਹ ਨਦੀ ਦੇ ਕਿਨਾਰੇ 'ਤੇ ਚੱਲਿਆ ਜਾਂਦਾ, ਉਹ ਗੰਗਾ ਵੱਲ ਗਿਆ ਹੋ, ਉਧਰ ਨਦੀ ਵੱਲ, ਉੱਥੇ ਜਾਂਦਾ ਉਹ, ਉੱਥੇ ਝਾੜੀਆਂ 'ਚ ਲੁੱਕ ਕੇ ਬਹਿ ਜਾਂਦਾ। ਅੱਗੇ ਵੀ ਕਈ ਵਾਰ ਮੇਰੇ ਨਾਲ ਗੁੱਸੇ ਹੋਇਆ, ਕਹਿੰਦੀ ਉੱਥੇ ਹੋਊਗੀ, ਲੈ ਕੇ ਆਉਣੀ ਆ ਫੜ ਕੇ। ਮਾਂ ਤੁਰ ਗਈ, ਜਦੋਂ ਜਾ ਕੇ ਝਾੜੀਆਂ 'ਚ ਦੇਖਿਆ ਕਬੀਰ ਭਗਤ ਨੀਵੀਂ ਪਾਈ ਬੈਠਾ ਉੱਥੇ। ਹੁਣ ਐਂ ਸੋਚਦਾ, ਕਹਿੰਦਾ ਵਿਆਹ ਤਾਂ ਲੰਘ ਗਿਆ ਹੋਣਾ ਬੇਟੀ ਦਾ, ਹੁਣ ਕਿਹੜਾ ਮੂੰਹ ਦਿਖਾਊਂਗਾ ਜਾ ਕੇ ਲੋਕਾਂ ਨੂੰ? ਲੋਕ ਕਹਿਣਗੇ 2 ਧੀ ਪੁੱਤਰ ਤੇ ਉਹਨਾਂ ਨੂੰ ਨਹੀਂ ਵਿਆਹ ਸਕਿਆ, ਇਹ ਬੜਾ ਮਿਹਣਾ ਹੈ, ਤਾਨਾ ਇਹ ਮਾਂ ਬਾਪ ਵਾਸਤੇ। ਸਾਧ ਸੰਗਤ ਲੋਕਾਂ ਦਾ ਕੀ ਆ, ਲੋਕਾਂ ਨੇ ਤਾਂ ਗੱਲਾਂ ਕਰਨੀਆਂ ਹੀ ਕਰਨੀਆਂ ਹੁੰਦੀਆਂ ਨੇ। ਜੇ ਚੰਗਾ ਵਿਆਹ ਕਰ ਲਿਆ ਤਾਂ ਵੀ ਕਰਨਾ, ਜੇ ਨਾ ਕਰਿਆ ਥੋੜਾ ਘਟੀਆ ਹੋ ਗਿਆ ਤਾਂ ਵੀ ਗੱਲਾਂ ਕਰਨੀਆਂ। ਲੋਕਾਂ ਦਾ ਕੀ ਹੈ? ਐਵੇਂ ਨਹੀਂ ਕਿਸੇ ਦਾ ਗਰੀਬ ਦਾ ਦਿਲ ਤੋੜਨਾ ਚਾਹੀਦਾ, ਐਵੇਂ ਨਹੀਂ ਕਿਸੇ ਦਾ ਮਨ ਤੋੜਨਾ ਚਾਹੀਦਾ। ਮਾਂ ਕੋਈ ਕਵੀ ਕਹਿੰਦਾ ਨਾ, ਉਹ ਕਹਿੰਦਾ ਪਾਟੇ ਹੋਏ ਕੱਪੜੇ ਨਾ ਤੱਕੀਏ ਫਕੀਰਾਂ ਦੇ, ਪਤਾ ਨਹੀਂ ਕੀ ਲਿਖਿਆ ਇਹ ਵਿੱਚ ਤਕਦੀਰਾਂ ਦੇ। ਰੱਬ ਪਿੰਗਲੇ ਨੂੰ ਦਿੰਦਾ ਬਾਦਸ਼ਾਹੀ, ਪਿੰਗਲੇ ਨੂੰ ਬਾਦਸ਼ਾਹ ਬਣਾ ਦਿੰਦਾ ਉਹ। ਪਿੰਗਲ ਪਰਬਤ ਪਾਰ ਪਰੈ ਖਲ ਚਤਰ ਵਕੀਤਾ, ਅੰਦਲੇ ਤਿਰਭਵਨ ਸੂਝਿਆ ਗੁਰ ਭੇਟ ਪਨੀਤਾ। ਮਹਾਰਾਜ ਜੀ ਕਹਿੰਦੇ ਨੇ ਗੁਰਬਾਣੀ 'ਚ, ਉਹ ਐਡੀ ਪਾਵਰ ਦਾ ਮਾਲਕ ਹੈ, ਪਿੰਗਲ ਪਰਬਤ ਪਾਰ ਪਰੈ, ਪਿੰਗਲੇ ਨੂੰ ਪਰਬਤ ਦੇ ਉੱਤੇ ਪਹਾੜ ਤੇ ਚੜਾ ਦਿੰਦਾ ਹੈ। ਖਲ ਚਾਤਰ ਵਕੀਤਾ, ਖਲ ਮੂਰਖ ਨੂੰ ਚਾਤਰ ਸਿਆਣਾ ਬਣਾ ਦਿੰਦਾ ਹੈ। 8ਵੇਂ ਪਾਤਸ਼ਾਹ ਸ੍ਰੀ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਗੂੰਗੇ ਝਿਓ ਦੇ ਸਿਰ ਤੇ ਰੱਖ ਕੇ ਸਟੀ ਗੀਤਾ ਦੇ ਅਰਥ ਕਰਾ ਸਕਦਾ। ਉਹ ਵਿਦਵਾਨ ਨੂੰ ਮੂਰਖ ਬਣਾ ਸਕਦਾ ਹੈ, ਮੂਰਖ ਨੂੰ ਵਿਦਵਾਨ ਬਣਾ ਸਕਦਾ, ਉਹਦੇ ਵਿੱਚ ਪਾਵਰ ਹੈ ਗੁਰੂ ਦੇ ਵਿੱਚ। ਮਾਂ ਨੇ ਜਾ ਕੇ ਫੜ ਲਿਆ ਬਾਂਹ ਤੋਂ ਕਬੀਰ ਨੂੰ, ਕਬੀਰਾ ਇੱਥੇ ਬੈਠਾ ਲੁਕਿਆ? ਕਹਿੰਦਾ ਹਾਂ ਮਾਂ ਮੈਂ ਤਾਂ ਇੱਥੇ ਹੀ ਬੈਠਾ ਹੈ। ਕਹਿੰਦੀ ਚੱਲ, ਕਹਿੰਦੀ ਐਡਾ ਵੱਡਾ ਕਾਰਜ ਕਰ ਲਿਆ ਰਾਜੇ ਮਹਾਰਾਜਿਆਂ ਵਰਗਾ, ਐਡਾ ਸੋਹਣਾ ਕਾਰਜ ਹੋਇਆ, ਲੋਕ ਦੁਨੀਆ ਨੇ ਤੈਨੂੰ ਧੰਨ ਕਬੀਰ ਕਹਿੰਦੇ ਜਾਂਦੇ ਨੇ, ਉਹ ਤੂੰ ਲੁੱਕ ਕੇ ਬਹਿ ਗਿਆ। ਕਹਿੰਦਾ ਮਾਂ ਮੈਨੂੰ ਮਖੌਲ ਕਰਦੀ ਹੈ।
ਕਹਿੰਦਾ ਮਹਾਰਾਜ ਕਿਹੜਾ ਕਾਰਜ ਕਰ ਲਿਆ? ਕਹਿੰਦਾ ਮੈਨੂੰ ਤਾਂ 3 ਦਿਨ ਹੋ ਗਏ ਇੱਥੇ ਲੁਕੇ ਬੈਠੇ ਨੂੰ। ਕਹਿੰਦੀ ਨਾ ਨਾ ਚੁੱਪ ਕਰ, ਚੱਲ ਘਰ ਨੂੰ। ਜਿਹੜਾ ਸਮਾਨ ਲੋਕਾਂ ਦਾ ਆਇਆ ਵਾਪਸ ਦੇਣਾ ਉਹ ਵਾਪਸ ਦੇ, ਘਰੇ ਚੱਲ। ਕਹਿੰਦਾ ਮਾਂ ਮੈਂ ਤਾਂ ਘਰੇ ਗਿਆ ਨਹੀਂ। ਕਹਿੰਦੀ ਕਿਉਂ ਝੂਠ ਬੋਲਦਾ? ਐਡਾ ਵੱਡਾ ਕਾਰਜ ਕਿਤੇ ਉਹੀ ਹੋ ਗਿਆ, ਤੂੰ ਪਾਏ ਸਲੀਨ ਦਾ ਚੋਲਾ ਪਾਈ ਫਿਰਦਾ ਤੀ। ਕਬੀਰ ਕਹਿੰਦਾ ਮਾਂ ਕਿਹੜੇ ਸਲੀਨ ਦੀ ਗੱਲ ਕਰਦੀ ਆ? ਜਦ ਤਾਂ ਮੈਨੂੰ ਕਿਹਾ ਸੀ ਨਾ ਕੱਪੜਾ ਵੇਚਿਆ, ਆਹੀ ਚੋਲਾ ਪਾਏ ਦੀ ਖੱਦਰ ਦਾ। ਕਹਿੰਦਾ ਉਹੀ ਪਾਇਆ ਹੋਇਆ ਮੇਰੇ ਤਾਂ। ਜਦੋਂ ਮਾਂ ਨੇ ਕਿਹਾ, ਕਹਿੰਦੀ ਐਡਾ ਵੱਡਾ ਕਾਰਜ ਕੀਤਾ ਹੈ, ਕਬੀਰ ਦੇ ਮਨ ਦੇ ਵਿੱਚ ਆ ਗਈ। ਕਹਿੰਦਾ ਕਬੀਰਾ ਉਹ ਫਿਰ ਜਿਹੜਾ ਕੱਪੜਾ ਵੇਚਿਆ ਸੀ ਨਾ ਥਾਨ, ਉਹ ਫਿਰ ਕੋਈ ਹੋਰ ਦੁਨੀਆ ਦਾ ਕੋਈ ਭਿਖਾਰੀ ਨਹੀਂ ਸੀ, ਉਹ ਤਾਂ ਸਾਰੀ ਦੁਨੀਆ ਨੂੰ ਰਿਜ਼ਕ ਦੇਣ ਵਾਲਾ ਪਰਮਾਤਮਾ ਆਪ ਆਇਆ ਸੀ। ਲੱਗਦਾ ਮਾਂ ਆਪਾਂ ਤੋਂ ਪਹਿਚਾਣ ਹੀ ਨਹੀਂ ਹੋਇਆ, ਹੈਗਾ ਉਹੀ ਸੀ ਪਰ ਆਪਾਂ ਤੋਂ ਪਹਿਚਾਣ ਨਹੀਂ ਹੋਇਆ। ਚੱਲ ਦਿਖਾ ਫਿਰ। ਜਦੋਂ ਕਬੀਰ ਮਾਂ ਦੇ ਨਾਲ ਘਰ ਨੂੰ ਤੁਰ ਪਿਆ, ਸਾਧ ਸੰਗਤ ਜੀ, ਫਿਰ ਕਹਿਣ ਲੱਗਿਆ, ਕਹਿੰਦਾ ਮਾਂ ਆਪਾਂ ਤੋਂ ਪਹਿਚਾਣਿਆ ਹੀ ਨਹੀਂ ਗਿਆ, ਤੈਨੂੰ ਪਤਾ ਹੀ ਨਹੀਂ ਲੱਗਿਆ। ਤੂੰ ਕਹਿੰਦੀ ਆ ਰੇਸ਼ਮੀ ਚੋਲਾ ਪਾਇਆ ਸੀ, ਮੇਰੇ ਤਾਂ ਖੱਦਰ ਦਾ ਹੀ ਪਾਇਆ ਹੋਇਆ, ਮੈਂ ਤਾਂ ਹੈ ਹੀ ਨਹੀਂ ਸੀ, ਉਹ ਤਾਂ ਦੁਨੀਆ ਦਾ ਮਾਲਕ ਆਪ ਆਇਆ ਸੀ। ਉਹ ਸਤਿਗੁਰ ਦੇਣ ਦਿਦਾਰੇ ਆਏ ਨੇ। ਮਾਂ ਉਹ ਮੇਰੇ ਰੂਪ ਦੇ ਵਿੱਚ ਦਰਸ਼ਨ ਦੇਣ ਆਇਆ ਸੀ ਦੁਨੀਆ ਦਾ ਮਾਲਕ। ਗੁਰਾਂ ਨੇ ਰੂਪ ਹੋਰ ਧਾਰਿਆ, ਦੇਣ ਦਿਦਾਰੇ ਆਏ ਨੇ। ਗੁਰਾਂ ਨੇ ਰੂਪ ਹੋਰ ਧਾਰਿਆ, ਆਏ ਨੇ। ਗੁਰਾਂ ਨੇ ਰੂਪ ਹੋਰ ਧਾਰਿਆ, ਸਤਿਗੁਰ ਦੇਣ ਦੀਦਾਰੇ ਆਏ ਨੇ। ਗੁਰਾਂ ਨੇ ਰੂਪ ਹੋਰ ਧਾਰਿਆ, ਸਤਿਗੁਰ ਦੇਣ ਦਿਦਾਰੇ ਆਏ ਨੇ। ਗੁਰਾਂ ਨੇ ਰੂਪ ਹੋਰ ਧਾਰਿਆ, ਦੇਣ ਦਿਦਾਰੇ ਆਏ ਨੇ। ਗੁਰਾਂ ਨੇ ਰੂਪ ਹੋਰ ਧਾਰਿਆ, ਸਤਿਗੁਰ ਦੇਣ ਦੀਦਾਰੇ ਆਏ ਨੇ। ਗੁਰਾਂ ਨੇ ਰੂਪ ਹੋਰ ਧਾਰਿਆ, ਸਤਿਗੁਰ ਦੇਣ ਦੀਦਾਰੇ ਆਏ ਨੇ। ਗੁਰਾਂ ਨੇ ਰੂਪ ਹੋਰ ਧਾਰਿਆ, ਗੁਰਾਂ ਨੇ ਰੂਪ ਜੀ ਹੋਰ ਧਾਰਿਆ। ਗੁਰਾਂ ਨੇ ਰੂਪ ਜੀ ਹੋਰ ਧਾਰਿਆ, ਗੁਰਾਂ ਨੇ ਰੂਪ ਜੀ ਹੋਰ ਧਾਰਿਆ। ਗੁਰਾਂ ਨੇ ਰੂਪ ਜੀ ਹੋਰ ਧਾਰਿਆ, ਗੁਰਾਂ ਨੇ ਰੂਪ ਜੀ ਹੋਰ ਧਾਰਿਆ। ਗੁਰਾਂ ਨੇ ਰੂਪ ਜੀ ਹੋਰ ਧਾਰਿਆ, ਗੁਰਾਂ ਨੇ ਰੂਪ ਜੀ ਹੋਰ ਧਾਰਿਆ। ਗੁਰਾਂ ਨੇ ਰੂਪ ਜੀ ਹੋਰ ਧਾਰਿਆ, ਦੇਣ ਦਿਦਾਰੇ ਆਏ ਨੇ। ਸਤਿਗੁਰ ਦੇਣ ਦਿਦਾਰੇ ਆਏ ਨੇ। ਸਤਿਗੁਰ ਦੇਣ ਦੀਦਾਰੇ ਆਏ ਨੇ। ਸਤਿਗੁਰ ਦੇਣ ਦੀਦਾਰੇ ਆਏ ਨੇ। ਸਤਿਗੁਰ ਦੇਣ ਦਿਦਾਰੇ ਆਏ ਨੇ। ਸਤਿਗੁਰ ਦੇਣ ਦਿਦਾਰੇ ਆਏ ਨੇ। ਸਤਿਗੁਰ ਦੇਣ ਦੀਦਾਰੇ ਆਏ ਨੇ। ਸਤਿਗੁਰ ਦੇਣ ਦੀਦਾਰੇ ਆਏ ਨੇ। ਸਤਿਗੁਰ ਦੇਣ ਦਿਦਾਰੇ ਆਏ ਨੇ। ਗੁਰਾਂ ਨੇ ਰੂਪ ਹੋਰ ਧਾਰਿਆ, ਦੇਣ ਦਿਦਾਰੇ ਆਏ ਨੇ। ਗੁਰਾਂ ਨੇ ਰੂਪ ਹੋਰ ਧਾਰਿਆ, ਸਤਿਗੁਰ ਦੇਣ ਦੀਦਾਰੇ ਆਏ ਨੇ। ਗੁਰਾਂ ਨੇ ਰੂਪ ਹੋਰ ਧਾਰਿਆ, ਸਤਿਗੁਰ ਦੇਣ ਦੀਦਾਰੇ ਆਏ ਨੇ। ਗੁਰਾਂ ਨੇ ਰੂਪ ਹੋਰ ਧਾਰਿਆ। ਮਾਂ ਤੂੰ ਪਹਿ
ਪਹਿਚਾਣੇ ਨਹੀਂ ਸਕੀ। ਉਹ ਤਾਂ ਰੂਪ ਵਟਾ ਕੇ ਆ ਗਿਆ ਤੇਰਾ ਕਾਰਜ ਸਵਾਰਨ ਵਾਸਤੇ। ਸਾਧ ਸੰਗਤ, ਹੁਣ ਜਿਹੜਾ ਪ੍ਰਮਾਤਮਾ ਨਾ ਸੇਵਕਾਂ ਦੇ ਕਾਰਜ ਰਾਸ ਕਰਨ ਵਾਸਤੇ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਆ ਜਾਂਦਾ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਇਹ ਨਹੀਂ ਪਤਾ ਕਿਸੇ ਰਿਸ਼ਤੇਦਾਰ ਦੇ ਰੂਪ ਦੇ ਵਿੱਚ ਆ ਜਾਵੇ। ਰਿਸ਼ਤੇਦਾਰ ਕਹਿ ਦੇਵੇ ਮੈਂ ਹੀ ਤੇਰਾ ਕਾਰਜ ਕਰ ਦਿੰਦਾ, ਚੱਕ ਮਾਇਆ ਜਿੰਨੀ ਲੋੜ ਹੈ। ਇਹ ਨਹੀਂ ਪਤਾ ਕਿਸੇ ਆਂਢੀ ਗਵਾਂਢੀ ਭੈਣ ਭਾਈ ਕਿਹਦੇ ਰੂਪ 'ਚ ਆ ਜਾਵੇ। ਕਾਰਜ ਉਹੀ ਕਰਦਾ, ਰਸ ਉਹੀ ਹੈ ਕਾਰਜ ਪੂਰਨ ਕਰਨ ਵਾਲਾ ਅਕਾਲ ਪੁਰਖ ਮਹਾਰਾਜ। ਪਰ ਇਹ ਨਹੀਂ ਪਤਾ ਲੱਗਦਾ ਕਿਹੜੇ ਰੂਪ ਦੇ ਵਿੱਚ ਆ ਜਾਣਾ ਉਹਨੇ। ਅੱਜ ਸਾਧ ਸੰਗਤ, ਭਗਤ ਕਬੀਰ ਕਹਿਣ ਲੱਗਿਆ, ਕਹਿੰਦਾ ਮਾਂ ਤੈਂ ਪਹਿਚਾਣ ਹੀ ਨਹੀਂ ਕੀਤੀ। ਉਹ ਜਿਹੜਾ ਮੇਰਾ ਰੂਪ ਧਾਰ ਕੇ ਆਇਆ ਸੀ ਨਾ, ਉਹ ਦੁਨੀਆ ਦਾ ਮਾਲਕ ਅਕਾਲ ਪੁਰਖ ਮਹਾਰਾਜ ਆਪ ਹੀ ਤੀ। ਮੈਨੂੰ ਤਾਂ 3 ਦਿਨ ਹੋ ਗਏ, ਕਹਿੰਦਾ ਮੈਂ ਤਾਂ ਇੱਥੇ ਹੀ ਲੁਕਿਆ ਬੈਠਾ। ਆਹ ਦੇਖ, ਜਿਹੜਾ ਮੇਰੇ ਖੱਦਰ ਦਾ ਚੋਲਾ ਪਾਇਆ ਸੀ ਉਹੀ ਪਾਇਆ। ਤੂੰ ਕਹਿ ਲਈ ਸਲੀਨ ਦਾ ਚੋਲਾ ਪਾਇਆ ਸੀ ਮੈਂ। ਮਾਂ ਉਹ 'ਤੇ ਵਿਸ਼ਵਾਸ ਤੈਨੂੰ ਕਹਿੰਦਾ ਸੀ ਨਾ, ਉੱਤੇ ਵਿਸ਼ਵਾਸ ਰੱਖ। ਜਦੋਂ ਆ ਕੇ ਕਬੀਰ ਭਗਤ ਨੇ ਘਰੇ ਦੇਖਿਆ, ਜਿੰਨਾ ਸਮਾਨ ਜਿੰਨਾ ਰਾਸ਼ਨ ਬੇਟੀ ਦੇ ਵਿਆਹ ਦੇ ਵਿੱਚ ਖਰਚਤ ਹੋਇਆ, ਉਹਨਾਂ ਸਮਾਨ ਘਰੇ ਬਚਿਆ ਪਿਆ। ਕਿਉਂ? ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਉਹ ਪਰਮਾਤਮਾ ਦੇ ਦਿੱਤੇ ਹੋਏ ਭੰਡਾਰਿਆਂ ਦੇ ਵਿੱਚੋਂ ਜੇ ਕੁਝ ਭੋਰਾ ਦੇ ਦੇਵੇ ਨਾ, ਬਸ ਫਿਰ ਤਾਂ ਭੰਡਾਰੇ ਫੁੱਲ ਹੀ ਰਹਿੰਦੇ ਨੇ। ਉਹਦੇ ਦਿੱਤਾ ਹੋਇਆ, ਉਹਦਾ ਆਪਣਾ ਖਰੀਦਿਆ ਹੋਇਆ, ਉਹਦੇ ਕੋਲੇ ਕਿਹੜਾ ਕਿਸੇ ਚੀਜ਼ ਦਾ ਘੱਟ ਹੈ। ਮੈਂ 2 ਮਿੰਟ ਦੀ ਬੇਨਤੀ ਕਰਾਂ ਕਿ ਉਹ ਸਮਾਪਤੀ ਕਰਨ ਲੱਗੇ ਹਾਂ ਆਪਾਂ। ਮੈਂ 2 ਮਿੰਟ ਬੇਨਤੀ ਕਰ ਦਵਾਂ। ਪਰਮਾਤਮਾ ਦੇ ਘਰ ਦੇ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ। ਤੂੰ ਮੰਗਣ ਵਾਲਾ ਬਣ, ਤੈਨੂੰ ਮੰਗਣ ਦਾ ਤਰੀਕਾ ਹੋਵੇ। ਭਗਤ ਫਰੀਦ ਹਰ ਰੋਜ਼ ਨਾਮ ਜਪਣ ਵਾਸਤੇ ਜਾਂਦਾ ਜੰਗਲ ਦੇ ਵਿੱਚ। ਜਦੋਂ ਅੱਜ ਮੁੜ ਕੇ ਆਇਆ ਨਾ, ਮਾਂ ਕੁੱਲੀ ਤੋਂ ਬਾਹਰ ਬੈਠੀ ਹੈ। ਕਿਉਂ? ਜਿਹੜੇ ਨਾਮ ਦੇ ਵਪਾਰੀ ਨੇ ਨਾ, ਜਿਹੜੇ ਪਰਮਾਤਮਾ ਦੇ ਜਿਹੜੇ ਸ਼੍ਰੋਮਣੀ ਭਗਤ ਨੇ, ਇਹਨਾਂ ਨੇ ਸਾਰਾ ਜੀਵਨ ਕੁੱਲੀਆਂ 'ਚ ਬਤੀਤ ਕੀਤਾ। ਆ ਸਾਨੂੰ ਮਹਿਲਾਂ ਵਾਲੇ ਬਣਾ ਕੇ ਆਪ ਜੀਵਨ ਇਹਨਾਂ ਨੇ ਸਾਰਾ ਕੁੱਲੀਆਂ 'ਚ ਬਤੀਤ ਕੀਤਾ। ਭਾਵੇਂ ਗੁਰੂ ਰਵਿਦਾਸ ਮਹਾਰਾਜ, ਉਹਦਾ ਜੀਵਨ ਸਾਰਾ, ਭਗਤ ਨਾਮਦੇਵ ਜੀ ਦਾ ਸਾਰਾ ਜੀਵਨ ਉਹ ਵੀ ਕੁੱਲੀਆਂ 'ਚ ਬੀਤੇ ਆ। ਸਾਧ ਸੰਗਤ, ਜਿੱਥੇ ਵੀ ਆਪਾਂ ਦੇਖਦੇ ਹਾਂ, ਕੱਖਾਂ ਕਾਨਿਆਂ ਦੇ ਵਿੱਚ ਗੁਜ਼ਾਰਾ ਕੀਤਾ ਭਗਤਾਂ ਨੇ। ਭਗਤ ਫਰੀਦ ਜੀ ਨੇ, ਭਗਤ ਕਬੀਰ ਜੀ ਨੇ ਕੱਖਾਂ ਕੁੱਲੀਆਂ ਦੇ ਕਾਨਿਆਂ ਦੇ ਵਿੱਚ ਗੁਜ਼ਾਰਾ ਕੀਤਾ। ਜਦੋਂ ਵਾਪਸ ਮੁੜ ਕੇ ਆਇਆ, ਅੱਜ ਨਾਮ ਜਪ ਕੇ, ਮਾਂ ਬਾਹਰ ਬੈਠੀ ਹੈ। ਮਾਂ ਬਾਹਰ ਬੈਠੀ ਆ। ਮਾਂ ਨੂੰ ਕਹਿਣਾ ਕੀਤਾ ਭਗਤ ਫਰੀਦ ਨੇ, ਕਹਿੰਦਾ ਮਾਂ ਇੰਨੀ ਠੰਡ ਪੈਂਦੀ ਹੈ, ਤੂੰ ਬਾਹਰ ਬੈਠੀ ਹੈ, ਅੰਦਰ ਬੈਠਿਆ ਕਰ ਕੁੱਲੀ 'ਚ। ਕਹਿਣ ਲੱਗੀ, ਪੁੱਤਰਾ ਅੰਦਰ ਕਿੱਥੇ ਬੈਠਾ, ਮੈਂ ਤੈਨੂੰ ਉਡੀਕਦੀ ਸੀ, ਮੇਰਾ ਪੁੱਤਰ ਕਦੇ ਆਵੇਗਾ। ਅੱਜ ਤੂੰ ਨਾਮ ਜਪ ਕੇ ਆਇਆ ਨਾ, ਪਰਮਾਤਮਾ ਦਾ, ਅੱਲਾ ਦੀ ਬੰਦਗੀ ਕਰਕੇ, ਮੈਂ ਬੜੀ ਖੁਸ਼ ਹਾਂ, ਬੜੀ ਖੁਸ਼ ਹਾਂ। ਮੈਂ ਕਹਿੰਦੀ ਹਾਂ ਪੁੱਤਰਾ, ਜੇ ਅੱਜ ਘਰ ਦੇ ਵਿੱਚ 1 ਪਾਈਆ ਸ਼ੱਕਰ ਬੂਰਾ ਹੁੰਦਾ, 1 ਪਾਈਆ ਹੁੰਦਾ ਦੇਸੀ ਘੀ, ਮੈਂ ਪੁੱਤਰ ਤੈਨੂੰ ਰਲਾ ਕੇ ਦਿੰਦੀ, ਤੇਰਾ ਮੂੰਹ ਮਿੱਠਾ ਕਰਾਉਂਦੀ। ਅੱਜ ਪਰ ਘਰ ਦੇ ਵਿੱਚ ਗਰੀਬੀ ਆ, ਮੈਂ ਕੁਝ ਵੀ ਨਹੀਂ ਦੇ ਸਕਦੀ। ਭਗਤ ਫਰੀਦ ਕਹਿੰਦਾ ਮਾਂ ਨੂੰ, ਕਹਿੰਦਾ ਮਾਂ ਪਰਮਾਤਮਾ 'ਤੇ ਵਿਸ਼ਵਾਸ ਰੱਖਿਆ ਕਰ, ਉਹਦੇ ਘਰ ਦੇ ਵਿੱਚ ਦੇਰ ਨਹੀਂ ਦੇਰ ਹੋ ਸਕਦੀ ਹੈ, ਸਭ ਕੁਝ ਆ ਉਹਦੇ ਘਰ ਦੇ ਵਿੱਚ। ਮਾਂ ਨੂੰ ਸਮਝਾਇਆ, ਮਾਂ ਨੂੰ ਬਾਂਹ ਦੇ ਫੜ ਕੇ ਉਠਾ ਕੇ ਗਲ ਬੱਕੜੀ ਪਾ ਕੇ ਮਾਂ ਨੂੰ ਅੰਦਰ ਲੈ ਗਏ, ਕੁੱਲੀ ਵਿੱਚ ਬਿਠਾਇਆ। ਸਾਧ ਸੰਗ, ਜਦੋਂ ਸਵੇਰ ਹੋਈ ਨਾ ਦੂਸਰੀ, ਭਗਤ ਫਰੀਦ ਫੇਰ ਚਲਿਆ ਗਿਆ ਜੰਗਲਾਂ ਨੂੰ ਬੰਦਗੀ ਕਰਨ ਵਾਸਤੇ। ਹੁਣ ਜਦ ਜੰਗਲਾਂ ਸਾਰਾ ਦਿਨ ਬੰਦਗੀ ਕਰਦਾ ਰਿਹਾ, ਜਦੋਂ ਸ਼ਾਮ ਨੂੰ ਮੁੜ ਕੇ ਆਇਆ, ਮਾਂ ਫੇਰ ਬਾਹਰ ਬੈਠੀ ਹੈ। ਮਾਂ ਨੂੰ ਫੇਰ ਕਹਿੰਦਾ, ਮਾਂ ਤੈਨੂੰ ਕੱਲ੍ਹ ਕਿਹਾ ਸੀ ਤੂੰ ਕੁੱਲੀ ਦੇ ਅੰਦਰ ਬੈਠਿਆ ਕਰ, ਬਾਹਰ ਕਿਉਂ ਬੈਠੀ ਹੈ, ਬਾਹਰ ਕਿਉਂ ਬੈਠੀ ਹੈ, ਅੰਦਰ ਬੈਠਿਆ ਕਰ। ਕਹਿਣ ਲੱਗੀ, ਪੁੱਤਰਾ ਤੂੰ ਤਾਂ ਚੱਲਿਆ ਗਿਆ ਜੰਗਲਾਂ ਨੂੰ ਬੰਦਗੀ ਕਰਨ ਅੱਲਾਹ ਤਾਲਾ ਦੀ। ਤੇਰੇ ਜਾਣ ਤੋਂ ਬਾਅਦ ਵਿੱਚ ਇੱਕ ਬਹੁਤ ਵੱਡਾ ਵਪਾਰੀ ਸੇਠ, ਜਿਹਨੇ ਘੋੜਿਆਂ 'ਤੇ ਰੱਥਾਂ 'ਤੇ ਗੱਡਿਆਂ ਦੇ ਉੱਤੇ ਰਾਸਣ ਲੱਦਿਆ ਸੀ, ਵਪਾਰੀ ਸੀ, ਇੱਥੋਂ ਦੀ ਲੰਘਿਆ। ਉਹ ਜਾਂਦਾ ਜਾਂਦਾ ਨਾ ਕੁਝ ਸਮਾਨ ਆਪਣੇ ਗੱਡੇ ਵਿੱਚੋਂ ਆਪਣੀ ਕੁੱਲੀ 'ਚ ਰੱਖ ਗਿਆ। ਮਾਂ ਕੀ ਰੱਖ ਗਿਆ? ਕਹਿੰਦੀ 8-10 ਬੋਰੀਆਂ ਲਾ ਗਿਆ, ਕਹਿੰਦੀ ਸ਼ੱਕਰ ਬੂਰੇ ਦੀਆਂ, 8-10 ਪੀਪੇ ਘਿਓ ਦੇ ਦੇਸੀ ਦੇ, ਕਹਿੰਦੀ ਅੰਦਰ ਲਾ ਗਿਆ, ਸਾਰੀ ਕੁੱਲੀ ਭਰ ਗਈ, ਮੈਂ ਕਿੱਥੇ ਬਹਿੰਦੀ।
ਭਗਤ ਕਬੀਰ ਫਰੀਦ ਹੱਸਣ ਲੱਗ ਪਿਆ। ਭਗਤ ਫਰੀਦ ਨੂੰ ਹਾਸੀ ਆਈ। ਕਹਿੰਦਾ ਮਾਂ ਕਮਲੀਏ, ਤੂੰ ਕੱਲ ਕਹਿੰਦੀ ਸੀ ਜੇ ਘਰ ਦੇ ਵਿੱਚ ਪਾਈਆ ਬੂਰਾ ਹੁੰਦਾ, ਘਰ ਦੇ ਵਿੱਚ ਦੇਸੀ ਘਿਓ ਪਾਈਆ ਹੁੰਦਾ। ਕਹਿੰਦਾ ਦੇਖ ਲੈ ਹੁਣ ਬੂਰੇ ਦੀਆਂ, ਕਹਿੰਦਾ ਖੰਡ ਬੂਰੇ ਦੀਆਂ, ਸ਼ੱਕਰ ਬੂਰੇ ਦੀਆਂ ਬੋਰੀਆਂ ਭਰੀਆਂ ਪਈਆਂ ਨੇ, ਪੀਪੇ ਭਰੇ ਪਏ ਨੇ ਦੇਸੀ ਘਿਓ ਦੇ, ਤੈਨੂੰ ਪਤਾ ਨਹੀਂ ਲੱਗਿਆ। ਉਹ ਕੋਈ ਵਪਾਰੀ ਨਹੀਂ ਸੀ, ਦੁਨੀਆਵੀ ਵਪਾਰੀ ਨਹੀਂ ਸੀ, ਉਹ ਵਪਾਰੀ ਆ ਜਿਹੜਾ ਸਾਰੀ ਦੁਨੀਆ ਨੂੰ ਖਾਣ ਨੂੰ ਦਿੰਦਾ, ਉਹ ਸਾਰੀ ਦੁਨੀਆ ਨੂੰ ਦੇਣ ਵਾਲਾ ਉਹ ਵਪਾਰੀ ਸੀ। ਉਹ ਪਰਮਾਤਮਾ ਆਪ ਆਇਆ ਸੀ, ਪਰ ਤੈਂ ਪਹਿਚਾਣਿਆ ਹੀ ਨਹੀਂ। ਮਾਂ ਕਹਿਣ ਲੱਗੀ, ਕਹਿੰਦੀ ਫਰੀਦਾ, ਕਹਿੰਦੀ ਫਿਰ ਜੇ ਉਹ ਆਇਆ ਸੀ, ਉਹ ਇੰਨੀਆਂ ਬੋਰੀਆਂ ਲਾਹ ਗਿਆ ਖੰਡ ਬੂਰੇ ਦੀਆਂ, ਇੰਨੇ ਪੀਪੇ ਦੇਸੀ ਘਿਓ ਦੇ ਲਾਹ ਗਿਆ, ਮੈਂ ਤਾਂ ਇੰਨੇ ਮੰਗੇ ਹੀ ਨਹੀਂ ਸੀ ਉਹਦੇ ਕੋਲੋਂ। ਮਾਂ ਤੈਂ ਕਿੰਨੇ ਮੰਗੇ? ਕਹਿੰਦੀ ਮੈਂ ਤਾਂ 1 ਪਾਈਆ ਮੰਗੇ ਸੀ, ਵੀ ਜੇ ਘਰ ਦੇ ਵਿੱਚ 1 ਪਾਈਆ ਸ਼ੱਕਰ ਬੂਰਾ ਹੁੰਦਾ, 1 ਪਾਈਆ ਦੇਸੀ ਘੀ ਹੁੰਦਾ, ਮੈਂ ਤਾਂ ਪਾਈਆ ਮੰਗਿਆ ਸੀ। ਫਿਰ ਕਹਿਣ ਲੱਗਿਆ ਫਰੀਦ, ਕਹਿੰਦਾ ਮਾਂ ਜੇਵੜ ਆਪ ਤੇਵੜ ਤੇਰੀ ਦਾਤ। ਉਹ ਜਿੱਡਾ ਵੱਡਾ ਆਪ ਹੈ, ਓਡੀਆਂ ਵੱਡੀਆਂ ਉਹਦੀਆਂ ਦਾਤਾਂ ਨੇ। ਕਹਿੰਦਾ ਮਾਂ ਉਹਦੇ ਪਾਈਆ ਬੜੇ ਨੇ, ਆ ਸਾਡੇ ਵਾਲੀਆਂ ਸਟਾਂਕੀਆਂ ਜੀਆਂ ਨਹੀਂ। ਉਹਦੀ ਨਿਗਾਹ 'ਚ ਤਾਂ ਜਿਹੜੇ ਆਹ ਪੀਪੇ ਆਰ ਲਾ ਕੇ ਗਿਆ ਖੰਡ ਦੀਆਂ ਬੋਰੀਆਂ, ਉਹਦੀ ਨਿਗਾਹ 'ਚ ਤਾਂ ਪਾਈਆ ਨੇ, ਉਹਦੇ ਪਾਈਏ ਵੱਡੇ ਨੇ। ਮਾਂ ਤੂੰ ਉਹ 'ਤੇ ਵਿਸ਼ਵਾਸ ਰੱਖਣ ਨੂੰ ਤੈਨੂੰ ਕਿਹਾ ਸੀ, ਵਿਸ਼ਵਾਸ ਰੱਖ। ਉਹ ਆਪ ਦਿੰਦਾ ਆਪਣੇ ਸੇਵਕਾਂ ਦੇ ਕਾਰਜ, ਆਪ ਸਵਾਰ ਦਿੰਦਾ, ਕਾਰਜ ਰਾਸ ਕਰ ਦਿੰਦਾ ਆਪ ਆਪਣੇ ਸੇਵਕਾਂ ਦੇ। ਮਹਾਰਾਜ 'ਤੇ ਵਿਸ਼ਵਾਸ ਰੱਖੀਏ, ਭਰੋਸਾ ਰੱਖੀਏ। ਜਦੋਂ ਕਾਰਜ ਰੱਖਦੇ ਆ ਨਾ ਕੋਈ, ਉੱਤੇ ਵਿਸ਼ਵਾਸ ਰੱਖ ਕੇ ਪਰਮਾਤਮਾ ਵਿੱਚ ਆਪ ਆ ਕੇ ਖਲੋ ਕੇ ਸਾਡਾ ਕਾਰਜ ਰਾਸ ਕਰੇਗਾ। ਫਿਰ ਸਾਧ ਸੰਗਤ ਜੀ ਦੇਖਿਓ, ਫਿਰ ਕਾਰਜ ਰਾਸ ਹੋ ਜਾਂਦੇ ਨੇ। ਉਹ ਤਾਂ ਕਦੇ ਵੀ ਨਹੀਂ ਹਾਰਦਾ, ਜਿਹਦੇ ਬਲ ਹੋ ਜੇ ਸਤਿਗੁਰ, ਕਦੇ ਵੀ ਨਹੀਂ ਹਾਰਦਾ, ਜਿਹਦੇ ਬਲ ਹੋ ਜੇ ਦਾਤਾ। ਉਹ ਕਦੇ ਵੀ ਨਹੀਂ ਹਾਰਦਾ, ਜਿਹਦੇ ਬਲ ਹੋ ਜੇ ਸਤਿਗੁਰ, ਕਦੇ ਵੀ ਨਹੀਂ ਹਾਰਦਾ, ਜਿਹਦੇ ਬਲ ਹੋ ਜੇ ਸਤਿਗੁਰ। ਕਦੇ ਵੀ ਨਹੀਂ ਹਾਰਦਾ, ਜਿਹਦੇ ਬਲ ਹੋ ਜੇ ਸਾਈਆਂ, ਕਦੇ ਵੀ ਨਹੀਂ ਹਾਰਦਾ, ਜਿਹਦੇ ਬਲ ਹੋ ਜੇ ਸਾਈਆਂ। ਕਦੇ ਵੀ ਨਹੀਂ ਹਾਰਦਾ, ਜਿਹਦੇ ਬਲ ਹੋ ਜੇ ਸਤਿਗੁਰ। ਉਹ ਕਦੇ ਵੀ ਨਹੀਂ ਹਾਰਦਾ, ਜਿਹਦੇ ਬਲ ਹੋ ਜੇ ਸਤਿਗੁਰ। ਜਿਹਦੇ ਬਲ ਹੋ ਜੇ ਸਤਿਗੁਰ, ਜਿਹਦੇ ਬਲ ਹੋ ਜੇ ਸਤਿਗੁਰ, ਜਿਹਦੇ ਬਲ ਹੋ ਜੇ ਸਤਿਗੁਰ, ਜਿਹਦੇ ਬਲ ਹੋ ਜੇ ਸਤਿਗੁਰ। ਉਹ ਜਿਹਦੇ ਬਲ ਹੋ ਜੇ ਸਤਿਗੁਰ, ਜਿਹਦੇ ਬਲ ਹੋ ਜੇ ਸਤਿਗੁਰ, ਜਿਹਦੇ ਬਲ ਹੋ ਜੇ ਸਤਿਗੁਰ, ਜਿਹਦੇ ਬਲ ਹੋ ਜੇ ਸਤਿਗੁਰ। ਜਿਹਦੇ ਬਲ ਹੋ ਜੇ ਸਾਈਆਂ, ਜਿਹਦੇ ਬਲ ਹੋ ਜੇ ਸਤਿਗੁਰ, ਜਿਹਦੇ ਬਲ ਹੋ ਜੇ ਸਾਈਆਂ, ਜਿਹਦੇ ਬਲ ਹੋ ਜੇ ਸਤਿਗੁਰ। ਉਹ ਜਿਹਦੇ ਬਲ ਹੋ ਜੇ ਸਤਿਗੁਰ, ਜਿਹਦੇ ਬਲ ਹੋ ਜੇ ਸਤਿਗੁਰ, ਜਿਹਦੇ ਬਲ ਹੋ ਜੇ ਸਤਿਗੁਰ, ਜਿਹਦੇ ਬਲ ਹੋ ਜੇ ਸਤਿਗੁਰ। ਕਦੇ ਵੀ ਨਹੀਂ ਹਾਰਦਾ, ਜਿਹਦੇ ਬਲ ਹੋ ਜੇ ਸਤਿਗੁਰ, ਕਦੇ ਵੀ ਨਹੀਂ ਹਾਰਦਾ, ਜਿਹਦੇ ਬਲ ਹੋ ਜੇ ਸਤਿਗੁਰ। ਉਹ ਕਦੇ ਵੀ ਨਹੀਂ ਹਾਰਦਾ, ਜਿਹਦੇ ਬਲ ਹੋ ਜੇ ਸਤਿਗੁਰ, ਕਦੇ ਵੀ ਨਹੀਂ ਹਾਰਦਾ, ਜਿਹਦੇ ਬਲ ਹੋ ਜੇ ਸਤਿਗੁਰ। ਜਿਹਦੇ ਬਲ, ਜਿਹਦੇ ਕਾਰਜਾਂ ਵਿੱਚ ਸਤਿਗੁਰ ਆਪ ਖਲੋ ਜਾਵੇ, ਉਹ ਕਦੇ ਨੀਵਾਂ ਹੋ ਹੀ ਨਹੀਂ ਸਕਦਾ। ਸਾਧ ਸੰਗਤ ਜੀ, ਸੇਵਕਾਂ ਦੇ ਕਾਰਜ ਆਪ ਸਵਾਰਨ ਵਾਸਤੇ ਅਕਾਲ ਪੁਰਖ ਮਹਾਰਾਜ ਅੱਜ ਭਗਤ ਕਬੀਰ ਦੇ ਕਾਰਜ ਰਾਸ ਕਰਨ ਵਾਸਤੇ ਕਬੀਰ ਵਾਲਾ ਰੂਪ ਧਾਰ ਕੇ ਆ ਗਏ। ਕਬੀਰ ਵਾਲਾ ਰੂਪ ਧਾਰ ਲਿਆ। ਮਾਂ ਕਹਿੰਦੀ ਹੈ, ਕਹਿੰਦੀ ਪੁੱਤਰਾ ਉਹ ਮੈਂ ਤਾਂ ਪਹਿਚਾਣਿਆ ਹੀ ਨਹੀਂ ਉਹਨੂੰ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ। ਕਹਿੰਦਾ ਮਾਂ ਉਹ ਰੱਬ ਨੂੰ ਦੇਖਣ ਵਾਸਤੇ ਅੱਖਾਂ ਹੋਰ ਬਣਾਉਣੀਆਂ ਪੈਂਦੀਆਂ ਨੇ, ਇਹਨਾਂ ਅੱਖਾਂ ਨਾਲ ਨਹੀਂ ਉਹ ਰੱਬ ਦਿਸਦਾ। ਉਹਨੂੰ ਭਾਲ ਭਾਲ ਕੇ ਥੱਕੇ ਨਹੀਂ, ਉਹ ਹਰ ਦੁਆਰ ਨਾ ਮੱਕੇ ਨਹੀਂ,
ਉਹ ਭਗਤਾਂ ਦੇ ਛੱਡਦਾ ਨੱਕੇ ਨਹੀਂ, ਉਹ ਲਿਆਵੇ ਗਊਆਂ 4 ਕੁੜੇ, ਉਹ ਹੈ ਗੋਤੀ ਸੁਨਿਆਰ। ਕੁੜੇ ਮਾਂ ਉਹਨੂੰ ਬੜੇ ਭਾਲ ਭਾਲ ਕੇ ਥੱਕੇ ਨੇ, ਪਰ ਉਹ ਭਗਤਾਂ ਦੇ ਆਪਣੇ ਪਿਆਰਿਆਂ ਦੇ ਨੱਕੇ ਛੱਡ ਦਿੰਦਾ ਹੈ। ਧੰਨੇ ਭਗਤ ਵਰਗਿਆਂ ਦੇ ਕਾਰਜ ਰਸ ਕਰ ਦਿੰਦਾ। ਭਗਤ ਨਾਮਦੇਵ ਦੀਆਂ ਸਾਧ ਸੰਗਤ ਜੀ, ਆ ਪਿੱਛੇ ਮੈਨੂੰ ਹਜ਼ੂਰ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਜੀ, ਹਜ਼ੂਰ ਸਾਹਿਬ ਜਾਣ ਦਾ ਸਮਾਂ ਮਿਲਿਆ ਸੀ, ਉੱਥੇ ਚਲੇ ਗਏ ਸੀ ਭਗਤ ਨਾਮਦੇਵ ਮਹਾਰਾਜ ਜੀ ਦੇ ਪਿੰਡ ਦੇ ਵਿੱਚ। ਉੱਥੇ ਦੇਖਿਆ ਭਗਤ ਨਾਮਦੇਵ ਜੀ ਦਾ ਜਿਹੜਾ ਸਥਾਨ ਬਣਿਆ, ਭਾਵੇਂ ਉਹਨਾਂ ਨੇ ਪਿੰਡ ਤੋਂ ਬਾਹਰ ਵੀ ਇੱਕ ਸਥਾਨ ਬਣਾ ਦਿੱਤਾ। ਜਿੱਥੇ ਭਗਤ ਨਾਮਦੇਵ ਜੀ ਰਹਿੰਦੇ ਸੀ ਉੱਥੇ ਵੀ ਇੱਕ ਛੋਟਾ ਜਿਹਾ ਸਥਾਨ ਬਣਿਆ। ਹੁਣ ਉਹਦੇ ਉੱਪਰ ਭਾਵੇਂ ਵੱਡਾ ਲੈਂਟਰ ਪਾ ਕੇ ਵੱਡਾ ਕਮਰਾ ਪਾ ਦਿੱਤਾ, ਥੱਲੇ ਤਾਂ ਉਹ ਜੇ ਛੋਟਾ ਜਗ੍ਹਾ ਰੱਖੀ ਹੋਈ ਆ, ਉਹ ਥੱਲੇ ਬਹਿ ਕੇ ਵੜਨਾ ਪੈਂਦਾ, ਬਹੁਤ ਨੀਵਾਂ ਛੋਟਿਆ ਜਿਹਾ ਭਗਤ ਨਾਮਦੇਵ ਜੀ ਦਾ। ਸਾਧ ਸੰਗਤ ਜੀ, ਫਿਰ ਉਹ ਮੰਦਿਰ ਦੇਖਿਆ ਜਿਹੜਾ ਨਾਮਦੇਵ ਜੀ ਨੇ ਘੁਮਾਇਆ। ਅਕਾਲ ਪੁਰਖ ਮਹਾਰਾਜ ਆ ਕੇ ਆਪ ਆਪਣੇ ਸੇਵਕ ਦੀ ਪੱਤ ਰੱਖੀ। ਉਹ ਬਹੁਤ ਵੱਡਾ ਨਾਮਦੇਵ ਮੰਦਿਰ ਆ, ਉਹ ਕੌਰਵ ਪਾਂਡਵਾਂ ਵੇਲੇ ਦਾ ਬਣਿਆ ਹੋਇਆ ਮੰਦਿਰ ਹੈ। ਸਾਧ ਸੰਗਤ, ਜਦੋਂ ਆਪਾਂ ਕਿਸੇ ਮੰਦਿਰ 'ਚ ਕਿਸੇ ਗੁਰੂ ਘਰ 'ਚ ਜਾਈਏ, ਦਰਵਾਜ਼ੇ ਤੋਂ ਸਾਹਮਣੇ ਵੜਦੇ ਹਾਂ ਤਾਂ ਅਕਾਲ ਪੁਰਖ ਮਹਾਰਾਜ ਸਾਹਮਣੇ ਹੁੰਦੇ ਨੇ, ਜਾਂ ਮੂਰਤੀਆਂ ਮੰਦਿਰਾਂ ਸਾਹਮਣੇ ਆਉਂਦੀਆਂ ਨੇ। ਪਰ ਉੱਥੇ ਪੂਰਾ ਮੰਦਿਰ ਦੇ ਵਿੱਚ ਵੜ ਕੇ ਪਿੱਛੋਂ ਦੀ ਵੜ ਕੇ ਥੱਲੇ ਉਤਰਨਾ ਪੈਂਦਾ, ਪਿੱਛੋਂ ਹੀ ਥੱਲੇ ਉਤਰ ਕੇ, ਫਿਰ ਥੱਲੇ ਉਤਰ ਕੇ ਮੂਰਤੀ ਹੈ ਉਹ ਜਿਹੜਾ ਸ਼ਿਵਲਿੰਗ ਬਣਿਆ, ਸ਼ਿਵ ਜੀ ਦਾ ਮੰਦਿਰ ਆ ਜਿਹੜਾ, ਉਹ ਥੱਲੇ ਜਗ੍ਹਾ ਬਣੀ ਹੋਈ ਹੈ। ਪਿੱਛੋਂ ਦੀ ਉਧਰ ਨੂੰ ਮੂੰਹ ਘੁਮਾ ਦਿੱਤਾ ਉਹਦੇ ਪਿਆਰੇ ਕਿੰਨੀ ਨੂੰ ਮੰਦਿਰ ਦਾ। ਜੇ ਦੇਖੀਏ ਪੁਰਾਣੀ ਸੰਗਮਰਮਰ ਦਾ ਬਣਿਆ ਬਹੁਤ ਵੱਡਾ ਮੰਦਿਰ ਹੈ ਉਹ ਭਗਤ ਨਾਮਦੇਵ ਜੀ ਦਾ ਜਿਹੜਾ ਬਣਿਆ ਹੋਇਆ ਹੈ, ਜਿੱਥੇ ਜਿਹੜਾ ਮੰਦਿਰ ਦਾ ਮੂੰਹ ਘੁਮਾਇਆ। ਸਾਧ ਸੰਗਤ ਜੀ, ਆਓ ਸਾਧ ਸੰਗਤ ਜੀ, ਸਮਾਂ ਹੋ ਗਿਆ ਸਮਾਪਤੀ ਵੱਲ ਵਧੀਏ। ਅੱਜ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਆਪਣੇ ਭਾਈ ਸਾਹਿਬ ਭਾਈ ਲਛਮਣ ਸਿੰਘ ਦੇ ਪਰਿਵਾਰ 'ਤੇ। ਸਾਧ ਸੰਗਤ, ਉਹਨਾਂ ਦੇ ਪਿਆਰੇ ਸਪੁੱਤਰ ਕਾਕਾ ਕਰਮਜੀਤ ਸਿੰਘ ਜੀ, ਜਿਨ੍ਹਾਂ ਨੂੰ ਖੁਸ਼ੀਆਂ ਭਰਿਆ ਸਮਾਗਮ ਦੀ ਬਖਸ਼ਿਸ਼ ਕੀਤੀ, ਉਹਨਾਂ ਦੀ ਪਿਆਰੀ ਸਪੁੱਤਰੀ ਬੀਬੀ ਜਸਪ੍ਰੀਤ ਕੌਰ ਦੇ ਸ਼ੁਭ ਵਿਵਾਹ ਦੀ ਖੁਸ਼ੀ ਨੂੰ ਮੁੱਖ ਰੱਖਦੇ ਹਾਂ। ਪਰਿਵਾਰ ਨੇ ਗੁਰੂ ਮਹਾਰਾਜ ਦੇ ਓਟ ਆਸਰੇ ਲਏ ਆਪਣੇ ਕਾਰਜ ਦੀ ਸਫਲਤਾ ਵਾਸਤੇ। ਜਾ ਸੰਗ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਕਾਰਜ, ਉਹ ਜਗ੍ਹਾ ਸਫਲ ਹੋ ਜਾਂਦੀ ਹੈ ਜਿੱਥੇ ਦੁਨੀਆ ਦਾ ਮਾਲਕ ਆਪ ਆ ਕੇ ਬਹਿ ਜਾਵੇ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਉੱਥੇ ਫਿਰ ਵਿਘਨ ਨਹੀਂ ਲੱਗਦਾ ਹੁੰਦਾ। ਅੱਜ ਇਸ ਕਾਰਜ ਦੇ ਵਿੱਚ, ਭਾਈ ਲਛਮਣ ਸਿੰਘ ਦੇ ਕਾਰਜ ਦੇ ਵਿੱਚ, ਅੱਜ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਆਏ ਹੋਏ ਨੇ। ਸਾਧ ਸੰਗਤ, ਫਿਰ ਉਹ ਕਾਰਜ ਰਾਸ ਹੋ ਜਾਂਦਾ, ਉਹਨੂੰ ਕੋਈ ਵਿਘਨ ਨਹੀਂ ਲੱਗਦਾ, ਸਫਲਤਾਪੂਰਨ। ਸਾਧ ਸੰਗਤ ਜੀ, ਨਿਰਵਿਘਨਤਾ ਸਹਿ ਸੰਪੂਰਨਤਾ ਹੁੰਦੀ ਹੈ ਉਹਨਾਂ ਕਾਰਜਾਂ ਦੀ, ਕਿਉਂ ਅੱਜ ਦੁਨੀਆ ਦਾ ਮਾਲਕ ਇਸ ਘਰ ਦੇ ਵਿੱਚ ਆਇਆ। ਆਓ ਆ ਸ਼ਬਦ ਪੜ੍ਹ ਲਈਏ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ। ਅੱਜ ਦੁਨੀਆ ਦੇ ਮਾਲਕ ਇਸ ਘਰ ਦੇ ਵਿੱਚ ਆਏ ਨੇ, ਗ੍ਰਹਿ ਦੇ ਵਿੱਚ ਆਏ ਨੇ, ਇਹ ਕਾਰਜ ਵਿੱਚ ਆਏ ਨੇ। ਅੱਜ ਇਹ ਸੋਹਣਾ ਸਫਲ ਸੁਹਾਵਾ ਸੋਹਣਾ ਬਣ ਗਿਆ ਥਾਨ। ਇਹ ਅੱਜ ਚਾਰੇ ਪਾਸੇ ਨਾਮ ਦੀਆਂ ਸੁਗੰਧਾਂ ਆਉਂਦੀਆਂ ਨੇ। 3 ਦਿਨ ਹੋ ਗਏ ਬਾਣੀ ਦੇ ਜਾਪ ਚੱਲ ਰਹੇ ਨੇ। ਸਾਧ ਸੰਗਤ, ਧੂਫਾਂ ਦੀਆਂ ਸੁਗੰਧੀਆਂ ਜਿੱਥੇ ਆਉਂਦੀਆਂ ਨੇ ਉੱਥੇ ਨਾਮ ਦੀਆਂ ਸੁਗੰਧੀਆਂ ਆਉਂਦੀਆਂ ਨੇ। ਰਿਸ਼ਤੇਦਾਰ, ਭੈਣ ਭਾਈ, ਸਾਕ ਸੰਬੰਧੀ ਸਾਰੇ ਚੱਲ ਚੱਲ ਕੇ ਗੁਰੂ ਦੇ ਚਰਨਾਂ 'ਚ ਆ ਕੇ ਨਮਸਤਕ ਹੁੰਦੇ ਨੇ। ਆਓ ਆ ਸ਼ਬਦ ਪੜ੍ਹ ਲਈ, ਫਿਰ ਉਸ ਤੋਂ ਬਾਅਦ ਸਮਾਪਤੀ ਕਰਾਂਗੇ। ਜਿੱਥੇ ਜਾਏ ਵਹਾਂ ਮੇਰਾ ਸਤਿਗੁਰ, ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਪਾਲਿਆ। ਗੁਰੂ
ਲਾਵਾ ਮੁਖ ਲਾਵਾ ਗੁਰ ਸਿੱਖਾਂ ਕੀ ਕਾਲ ਪਾਏ ਪਈ ਗੁਰ ਸਿੱਖਾਂ ਕੀ ਕਾਲ ਪਾਏ ਪਈ ਓ ਗੁਰ ਸਿੱਖਾਂ ਕੀ ਕਾਲ ਪਾਏ ਪਈ ਜਿਨ੍ਹਾਂ ਨਾਮ ਤੇ ਆਵਾ ਨਾਮ ਤੇ ਆਵਾ ਜਨ ਨਾਨਕ ਸਤਿਗੁਰ ਪੂਜਿਆ ਧਨ ਨਾਨਕ ਸਤਿਗੁਰ ਪੂਜਿਆ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਪੂਜ ਕਰਾਵਾ ਜਿੱਥੇ ਜਾਏ ਵੋ ਹੈ ਮੇਰਾ ਸਤਿਗੁਰੂ ਜਿੱਥੇ ਜਾਏ ਵੋ ਹੈ ਮੇਰਾ ਸਤਿਗੁਰੂ ਸੋ ਤਾਨ ਸੁਹਾਵਾ ਰਾਮ ਰਾਜੇ ਅੱਜ ਇਹ ਸਥਾਨ ਜਿੱਥੇ ਗੁਰੂ ਮਹਾਰਾਜ ਦੇ ਚਰਨ ਪੈ ਗਏ ਇਹ ਭਾਗਾਂ ਵਾਲਾ ਸਥਾਨ ਬਣ ਗਿਆ ਸਾਧ ਸੰਗਤ ਜੀ ਫਿਰ ਗੁਰੂ ਮਹਾਰਾਜ ਜੀ ਨੇ ਕਿਰਪਾ ਕਰਨੀ ਹੈ ਇਹਨਾਂ ਸੇਵਕਾਂ ਦੇ ਕਾਰਜਾਂ ਵਿੱਚ ਗੁਰੂ ਮਹਾਰਾਜ ਜੀ ਆਪ ਅੰਗ ਸੰਗ ਸਹਾਈ ਹੋਣਗੇ ਆਓ ਸਾਧ ਸੰਗਤ ਜੀ ਹੁਣ ਆਨੰਦ ਸਾਹਿਬ ਦਾ ਜਾਪ ਹੋਵੇਗਾ ਸਾਰੀਆਂ ਸੰਗਤਾਂ ਨੇ ਆਨੰਦ ਸਾਹਿਬ ਦੇ ਜਾਪ ਦੇ ਵਿੱਚ ਰਸਨਾ ਪਵਿੱਤਰ ਕਰਨੀ ਹੈ ਬਹੁਤ ਸਾਰੀਆਂ ਸੰਗਤਾਂ ਮੇਰੇ ਵੀਰ ਪੰਧੇਰ ਸਾਹਿਬ ਵੀਰ ਅਮਰਜੀਤ ਗੱਗੀ ਹੋਰੀ ਅਤੇ ਹੋਰ ਸਾਰੇ ਮੇਰੇ ਵੀਰ ਧਰਮ ਸਿੰਘ ਜੀ ਹੋਣੀ ਦੋਨੇ ਭਰਾ ਪਵਨ ਸਿੰਘ ਜੀ ਹੋਣੀ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਵੱਲੋਂ ਮੈਂ ਆਈ ਹੈ ਮੈਂ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕਰ ਦੇਵਾਂ ਆਓ ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਓ ਸਾਧ ਸੰਗਤ ਜੀ ਆਨੰਦ ਸਾਹਿਬ ਦੇ ਜਾਪ ਦੇ ਵਿੱਚ ਸਾਰੀਆਂ ਸੰਗਤਾਂ ਨੇ ਰਸਨਾ ਪਵਿੱਤਰ ਕਰਨੀ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਰਾਮ ਕਲੀ ਮਹਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਨਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਦਾਰੂ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਆ ਮਨੋ ਬਸਾਰੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਬਾ ਕਿਆ ਨਹੀਂ ਕਰਤੇ ਰਹਿ ਤਾਂ ਤੇਰਾ ਸਭ ਵਿੱਚ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਦਾ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾ ਮੇਰਾ ਆਧਾਰੋ ਨਾਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਇਆ ਕਰ ਸਾਥ ਸੁਖ ਮਨ ਆਏ ਬਸਿਆ ਜਿਨ ਇੱਛਾ ਸਭ ਪੁਜਾਈਆਂ ਖੁਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤਕਾਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਚਿਤ ਕਰਤਾਰਿਆ ਪੰਚ ਦੂਤ ਉਦਵਾਸ ਕੀਤੇ ਕਾਲ ਕੰਠ ਕੁਮਾਰਿਆ ਕਰਮ ਪਾਇਆ ਤੁਝੇ ਪਉਤੇ ਨਾਮ ਮਾਰ ਗੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ
ਸਾਜੇ ਆਨੰਦ ਸੁਨੋ ਬੜ ਭਾਗਿਓ ਸਕਲ ਮਨੋਰਥ ਪੂਰੇ ਹਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਭੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਹੋਏ ਕਰਦੇ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਮਹੰਤ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਾਦ ਤੂੰ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਕੋਈ ਦਾਈ ਦਾਇਆ ਗੇ ਲੈ ਸਗਲ ਜਾਗਤ ਚੰਗਿਆਈਆਂ ਬੁਰਿਆਈਆਂ ਬਾਚਾ ਧਰਮ ਹਤੂਰ ਕਰਮੀ ਆਪੋ ਆਪਣੀ ਘੇਰੇ ਕੇ ਤੂੰ ਜਿਨੀ ਨਾਮਤ ਆਇਆ ਕੈ ਮਸਕਤ ਕਾਲ ਨਾਨਕ ਤੇ ਮੁਖ ਉਜੜੇ ਕੀਤੀ ਜੋਤੀ ਨਾਮ ਜਿਨੀ ਨਾਮਤ ਆਇਆ ਕੈ ਮਸਕਤ ਕਾਲ ਨਾਨਕ ਤੇ ਮੁਖ ਉਜੜੇ ਕੀਤੀ ਜੋਤੀ ਨਾਮ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪੈ ਅਰਦਾਸ